Hello, dear students. I welcome you all in this beautiful platform of Burma Academy. So, as you all know, this platform ਦੇ ਤੇ ਤੁਹਾਡੇ ਲਈ ਇੰਗਲਿਸ਼ vocabulary free of cost material ਹੈ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਇੰਗਲਿਸ਼ vocabulary related one word substitution idiom phrases synonym antonym and spelling error ਦਾ ਜੋ ਪੋਰਸ਼ਨ ਹੈ ਆਪਾਂ ਤੁਹਾਡੇ ਲਈ ਇਸ ਚੈਨਲ ਉੱਤੇ ਲੈ ਕੇ ਆ ਰਹੇ ਹਾਂ ਸੋ ਦੈਟ ਤੁਸੀਂ ਜਿਹੜਾ ਆਪਣੇ ਪੇਪਰਸ ਦੀ ਤਿਆਰੀ ਹੈ ਜਿਹੜੀ ਇੰਗਲਿਸ਼ ਪੋਰਸ਼ਨ ਨੂੰ ਚੰਗੇ ਤਰੀਕੇ ਨਾਲ ਜਿਹੜਾ ਇੰਪਰੂਵ ਕਰ ਸਕੋ ਆਈ ਹੋਪ ਜਿੰਨੀਆਂ ਵੀ ਕਲਾਸਿਸ ਆਪਾਂ ਪਿੱਛੇ ਕੀਤੀਆਂ ਤਾਂ ਆਈ ਥਿੰਕ ਆਪਣੀਆਂ 13 ਕਲਾਸਿਸ ਆ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਤੇ ਆਪਾਂ ਬਹੁਤ ਸਾਰੇ ਨਵੇਂ-ਨਵੇਂ ਵਰਡ ਆ ਜਿਹੜੇ vocab ਦੇ ਵਿੱਚ ਸਿੱਖੇ ਆ ਜਿਨ੍ਹਾਂ ਵਿੱਚੋਂ ਕੁਝ ਕੁ ਵਰਡ ਤਾਂ ਇਹੋ ਜਿਹੇ ਹੁੰਦੇ ਆ ਜੋ ਤੁਹਾਨੂੰ ਪਹਿਲਾਂ ਤੋਂ ਹੀ ਆਉਂਦੇ ਹੁੰਦੇ ਤੇ ਜਿਹੜੇ ਨਵੇਂ ਵਰਡ ਹੁੰਦੇ ਆ ਉਹ ਤੁਹਾਨੂੰ ਵਿਚਾਰ ਹੈ ਜਿਹੜਾ ਉਹ ਕਰਨੇ ਹੁੰਦੇ ਆ ਤਾਂ ਆਈ ਹੋਪ ਤੁਸੀਂ ਜਿਹੜੇ ਉਹ ਵਰਡ ਹੈ ਜਿਹੜੇ ਉਹ ਯਾਦ ਕੀਤੇ ਹੋਣਗੇ ਤੇ ਜਿਹੜਾ ਆਪਣਾ ਇੰਗਲਿਸ਼ vocab ਦਾ ਅੱਜ 14 ਕਲਾਸ ਹੈ ਆਪਾਂ ਇਹਦੇ ਵਿੱਚ ਸਿੱਖਾਂਗੇ ਅਗੇਨ ਨਿਊ ਵਰਡਸ ਬੇਸਡ ਸਮ ਟ੍ਰਿਕਸ ਐਂਡ ਨਿਮੋਨਿਕਸ ਹਾਂਜੀ ਤਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਬਾਰੇ ਦੱਸੀਏ ਤਾਂ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਲਿੰਕ ਹੈ ਜਿਹੜਾ ਤੁਹਾਨੂੰ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਲਿੰਕ ਮਿਲ ਜਾਣਾ ਤੇ ਉੱਥੋਂ ਤੁਸੀਂ ਇਹ ਜਿਹੜਾ ਇਹ ਗਰੁੱਪ ਜੁਆਇਨ ਕਰ ਲੈਣਾ ਕਲਾਸ ਦੇ ਨੋਟਸ ਆ ਜਿਹੜੇ ਤੁਹਾਨੂੰ ਗਰੁੱਪ ਦੇ ਵਿੱਚ ਉਹ ਮਿਲ ਜਾਂਦੇ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਵਿਦ ਵਨ ਵਰਡ ਸਬਸਟੀਟਿਊਸ਼ਨ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਵਨ ਵਰਡ ਸਬਸਟੀਟਿਊਸ਼ਨ ਕੀ ਹੁੰਦੇ ਆ ਹਾਂਜੀ ਤਾਂ ਕੀ ਹੁੰਦੇ ਵਨ ਵਰਡ ਸਬਸਟੀਟਿਊਸ਼ਨ ਕੀ ਹੁੰਦੇ ਆ ਜੀ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਦਾ ਤੁਹਾਨੂੰ ਇੱਕ ਫਰੇਜ਼ ਦਿੱਤੀ ਹੁੰਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਹਦੀ ਥਾਂ ਤੇ ਤੁਸੀਂ ਕਿਹੜੀ ਵਾਲੀ ਫਰੇਜ਼ ਹੈ ਜਾਂ ਕਿਹੜਾ ਵਾਲਾ ਵਰਡ ਹੈ ਜਿਹੜਾ ਉਹ ਸਬਸਟੀਟਿਊਟ ਕਰੋਗੇ ਤਾਂ ਉਹ ਆ ਜਿਹੜਾ ਤੁਸੀਂ ਆਨਸਰ ਮਾਰਕ ਕਰਨਾ ਹੁੰਦਾ ਤਾਂ ਉਹ ਜੇ ਤੁਹਾਨੂੰ ਮੀਨਿੰਗ ਪਤਾ ਹੋਏਗਾ ਜਾਂ ਵਰਡ ਪਤਾ ਹੋਏਗਾ ਫਿਰ ਹੀ ਤੁਸੀਂ ਇਹ ਮਾਰਕ ਕਰ ਸਕਦੇ ਹੋ ਅਦਰਵਾਈਜ਼ ਇਹ ਕੁਐਸਚਨ ਹੈ ਜਿਹੜਾ ਤੁਸੀਂ ਸਕਿਪ ਕਰ ਸਕਦੇ ਦੇਖੋ ਜੀ ਆਪਣੀ ਪਹਿਲੀ ਫਰੇਜ਼ ਜੋ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਵਨ ਵਰਡ ਸਬਸਟੀਟਿਊਸ਼ਨ ਦੇ ਅੰਦਰ ਦੈਟ ਇਜ਼ ਦ ਮਰਡਰ ਆਫ ਅ ਕਿੰਗ ਤਾਂ ਹੁਣ ਜਦੋਂ ਆਪਾਂ ਕਿੰਗ ਦਾ ਮਰਡਰ ਕਰ ਦਿੰਦੇ ਹਾਂ ਤਾਂ ਉਹਦੇ ਵਾਸਤੇ ਵਰਡ ਕੀ ਯੂਜ਼ ਕੀਤਾ ਜਾਂਦਾ ਹੈ ਜੇ ਵਰਡ ਯੂਜ਼ ਕੀਤਾ ਜਾਂਦਾ ਰੈਜੇ ਸਾਈਡ ਤਾਂ ਹੁਣ ਰੈਜੀ ਤੋਂ ਬਣਾ ਸਕਦੇ ਹੋ ਤੁਸੀਂ ਰਾਜਾ ਤੇ ਤੁਹਾਨੂੰ ਇੱਕ ਦੱਸਿਆ ਹੋਇਆ ਕਿ ਵਰਡ ਸਾਈਡ ਇੱਕ ਰੂਟ ਵਰਡ ਤੁਹਾਨੂੰ ਨੋਟ ਕਰਵਾਇਆ ਸੀ ਪਿੱਛੇ ਕਲਾਸਿਸ ਦੇ ਵਿੱਚ ਕਿ ਸਾਈਡ ਦੇ ਉੱਥੇ ਵੀ ਤੁਹਾਡੇ ਕੋਲ ਆ ਗਿਆ ਇਹਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਮਰਡਰ ਕਰਨਾ ਹੱਤਿਆ ਕਰਨੀ ਜਿਵੇਂ ਆਪਣੇ ਕੋਲ ਇੱਥੇ ਰੈਜੀਸਾਈਡ ਵਰਡ ਆਪਾਂ ਜੀਨੋਸਾਈਡ ਵਰਡ ਵੀ ਕੀਤਾ ਜੀਨੋਸਾਈਡ ਵਰਡ ਵੀ ਕੀਤਾ ਹੁਣ ਉਹਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲ ਲੋਕਾਂ ਦਾ ਵੱਡੇ ਪੱਧਰ ਦੇ ਉੱਤੇ ਕਤਲ ਕਰਨਾ ਆਪਾਂ ਐਵੀਸਾਈਡ ਵਰਡ ਵੀ ਕੀਤਾ ਇਹਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲ ਵਰਡਸ ਨੂੰ ਵੱਡੇ ਪੱਧਰ ਦੇ ਉੱਤੇ ਮਾਰਨਾ ਸੋ ਰੈਜੀਸਾਈਡ ਤੁਹਾਡੇ ਕੋਲ ਰਾਜੇ ਤੋਂ ਤੁਸੀਂ ਯਾਦ ਕਰ ਸਕਦੇ ਹੋ ਕਿ ਰਾਜੇ ਦਾ ਮਰਡਰ ਕਰਨ ਨੂੰ ਤੁਸੀਂ ਕੀ ਕਹੋਗੇ ਰੈਜੀਸਾਈਡ ਹੈ ਜਿਹੜਾ ਯੂਜ਼ ਕਰੋਗੇ ਸਾਈਡ ਦਾ ਮਤਲਬ ਹੈ ਮਰਡਰ ਰੂਟ ਵਰਡ ਹੈ ਜੋ ਤੁਸੀਂ ਯਾਦ ਰੱਖਣਾ ਜਿਹਦੇ ਪਿੱਛੇ ਵੀ ਤੁਹਾਨੂੰ ਸਾਈਡ ਦਿਸ ਗਿਆ ਤਾਂ ਇਹਦਾ ਮਤਲਬ ਜੋ ਹੋਏਗਾ ਉੱਥੇ ਕਿਸੇ ਚੀਜ਼ ਦੇ ਮਰਡਰ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਜੀਨੋਸਾਈਡ ਐਂਡ ਐਵੀਸਾਈਡ ਵਰਡ ਆਪਾਂ ਡਿਸਕਸ ਕੀਤੇ ਹੈ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ ਦ ਮਰਡਰ ਆਫ ਅ ਕਿੰਗ ਕੀ ਯੂਜ਼ ਕਰੋਗੇ ਵਰਡ ਦੇ ਥਾਂ ਤੇ ਰੈਜੀਸਾਈਡ ਨੈਕਸਟ ਫਰੇਜ਼ ਹੈ ਜੀ ਹਾਰਡ ਬਟ ਈਜ਼ੀਲੀ ਬ੍ਰੋਕਨ ਇਹੋ ਜਿਹੀ ਚੀਜ਼ ਜਿਹੜੀ ਕਿ ਹਾਰਡ ਹੋਵੇ ਬਟ ਉਹ ਜਿਹੜੀ ਹੈਗੇ ਆਸਾਨੀ ਨਾਲ ਟੁੱਟ ਜੇ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਬ੍ਰਿਟਲ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਜਿਹੜੀ ਟੁੱਟਣ ਯੋਗ ਹੈ ਟੁੱਟ ਸਕਦੀ ਹੈ ਤਾਂ ਤੁਸੀਂ ਯੂਜ਼ ਕਰੋਗੇ ਵਰਡ ਬ੍ਰਿਟਲ ਦਾ ਸੈਕੰਡ ਫਰੇਜ਼ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਨੈਕਸਟ ਫਰੇਜ਼ ਇਜ਼ ਐਨ ਅਸੈਂਬਲੀ ਆਫ ਵਰਸ਼ਿਪਰਸ ਆਈ ਥਿੰਕ ਜਿਹੜੀ ਆਪਾਂ ਪਿੱਛੇ ਕੱਲ ਕਲਾਸ ਕੀਤੀ ਆ ਉਹਦੇ ਵਿੱਚ ਆਪਾਂ ਇਹ ਵਰਡ ਡਿਸਕਸ ਕਰ ਚੁੱਕੇ ਆ ਉੱਥੇ ਵੀ ਤੁਹਾਨੂੰ ਕੰਗਰੀਗੇਸ਼ਨ ਵਰਡ ਸੀ ਤੇ ਉੱਥੇ ਇਹ ਵਰਡ ਦਿੱਤਾ ਗਿਆ ਸੀਗਾ ਸਪੈਲਿੰਗ ਐਰਰ ਦੇ ਵਿੱਚ ਹਨਾ ਜਿਨ੍ਹਾਂ ਨੇ ਕਲਾਸ ਅਟੈਂਡ ਕੀਤੀ ਆਏ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਣਾ ਕਿ ਕੰਗਰੀਗੇਸ਼ਨ ਵਰਡ ਆ ਪਿੱਛੇ ਜਿਹੜੀ ਲਾਸਟ ਕਲਾਸ ਆਪਣੀ ਕੀਤੀ ਹੈ ਉਹਦੇ ਵਿੱਚ ਆਪਾਂ ਇਹ ਡਿਸਕਸ ਕੀਤਾ ਹੈ 30 ਨੰਬਰ ਕਲਾਸ ਜਿਹੜੀ ਤੁਹਾਡੀ vocab ਦੀ ਉੱਥੇ ਤੁਹਾਨੂੰ ਸਪੈਲਿੰਗ ਐਰਰ ਦੇ ਵਿੱਚ ਕੰਗਰੀਗੇਸ਼ਨ ਵਰਡ ਦਿੱਤਾ ਗਿਆ ਸੀ ਜਿੱਥੇ ਤੁਹਾਡੇ ਕੋਲ GETION ਦਾ ਯੂਜ਼ ਕੀਤਾ ਸੀ ਸਪੈਲਿੰਗ ਹੀ ਤੁਹਾਡੇ ਕੋਲ GATION ਹੁੰਦਾ ਲਾਸਟ ਦੇ ਵਿੱਚ GE ਨਹੀਂ ਹੁੰਦਾ ਤਾਂ ਸੈਕੰਡ ਚੀਜ਼ ਹੁਣ ਤੁਸੀਂ ਚੈੱਕ ਕਰੋਗੇ ਕੰਗਰੀਗੇਸ਼ਨ ਦਾ ਮੀਨਿੰਗ ਕੀ ਹੈ ਐਨ ਅਸੈਂਬਲੀ ਆਫ ਵਰਸ਼ਿਪਰ ਤਾਂ ਮੰਡਲੀ ਵਾਸਤੇ ਤੁਸੀਂ ਯੂਜ਼ ਕਰ ਸਕਦੇ ਹੋ ਵਰਡ ਕੰਗਰੀਗੇਸ਼ਨ ਮੰਡਲੀ ਕਹਿ ਲਓ ਜਾਂ ਫਿਰ ਤੁਸੀਂ ਇਹ ਚੀਜ਼ ਕਹਿ ਸਕਦੇ ਹੋ ਜਿਵੇਂ ਆਪਾਂ ਪੂਜਾ ਪਾਠ ਕਰਨ ਵਾਸਤੇ ਇੱਕ ਟੋਲੀ ਜਿਹੀ ਬਣਾ ਕੇ ਪਾਠ ਕਰਦੇ ਨਾ ਜਿਵੇਂ ਆਪਣੇ ਕੀਰਤਨ ਕਰਦੇ ਆ ਤਾਂ ਉਹ ਇੱਕ ਪਰਸਨ ਨਹੀਂ ਕਰਦਾ ਉਹ ਕਈ ਜਣੇ ਜਿਹੜੇ ਮਿਲ ਕੇ ਕੀਰਤਨ ਕਰਦੇ ਆ ਸੋ ਇੱਕ ਮੰਡਲੀ ਜੀ ਹੁੰਦੀ ਹੈ ਤਾਂ ਉਹ ਮੰਡਲੀ ਨੂੰ ਕੀ ਕਿਹਾ ਜਾਂਦਾ ਸੀ ਕੰਗਰੀਗੇਸ਼ਨ ਹੈ ਜਿਹੜਾ ਨਾਮ ਦਿੱਤਾ ਜਾਂਦਾ ਸੋ ਕੰਗਰੀਗੇਸ਼ਨ ਵਰਡ ਧਿਆਨ ਦੇ ਵਿੱਚ ਰੱਖਣਾ ਹੈ ਅਗੇਨ ਤੁਸੀਂ ਯਾਦ ਕੀ ਰੱਖਣੇ ਆ ਸਪੈਲਿੰਗ ਕੀ ਹੈ ਜਿਹੜੇ ਉਹ ਧਿਆਨ ਦੇ ਵਿੱਚ ਰੱਖਣੇ ਬਿਕਾਜ਼ ਸਪੈਲਿੰਗ ਐਰਰ ਦੇ ਵਿੱਚ ਵੀ ਇਹ ਕੁਐਸਚਨ ਹੈ ਜਿਹੜਾ ਉਹ ਪੁੱਛਿਆ ਗਿਆ ਨੈਕਸਟ ਉਹਦੀ 4 ਨੰਬਰ ਫਰੇਜ਼ ਦੈਟ ਇਜ਼ ਵਨ ਹੂ ਈਟਸ ਟੂ ਮਚ ਇਹੋ ਜਿਹਾ ਪਰਸਨ ਜਿਹੜਾ ਕਿ ਬਹੁਤ ਜ਼ਿਆਦਾ ਖਾਂਦਾ ਹੋਵੇ ਤੁਹਾਨੂੰ ਕੀ ਕਿਹਾ ਜਾਂਦਾ ਜੀ ਗਲੂਟਨ ਤਾਂ ਗੋਲ ਕਟੋਲ ਹੋ ਗਿਆ ਕੋਈ ਪਰਸਨ ਖਾ ਕੇ ਤਾਂ ਤੁਸੀਂ ਉਹਨੂੰ ਵਾਸਤੇ ਯੂਜ਼ ਕਰੋਗੇ ਵਰਡ ਗਲੂਟਨ ਦਾ ਮੀਨਿੰਗ ਕੀ ਹੁੰਦਾ ਹੈ ਕੋਈ ਪਰਸਨ ਜੋ ਕਿ ਬਹੁਤ ਜ਼ਿਆਦਾ ਖਾਂਦਾ ਹੋਵੇ ਹਾਂਜੀ ਤਾਂ 4 ਫਰੇਜ਼ਸ ਆਪਾਂ ਕੀਤੀਆਂ ਨੈਕਸਟ ਫਰੇਜ਼ ਹੈ ਜੀ ਤੁਹਾਡੀ 5 ਨੰਬਰ ਫਰੇਜ਼ ਦੈਟ ਇਜ਼ ਅ ਪਰਸਨ ਹੂ ਕੈਨ ਨਾਟ ਰੀਡ ਔਰ ਰਾਈਟ ਆਪਾਂ ਜਿਹਨੂੰ ਅਨਪੜ੍ਹ ਕਹਿ ਦਿੰਦੇ ਹਾਂ ਵੀ ਇਹੋ ਜਿਹਾ ਪਰਸਨ ਜਿਹੜਾ ਨਾ ਤਾਂ ਲਿਖ ਸਕਦਾ ਹੈ ਤੇ ਨਾ ਹੀ ਹੈ ਜਿਹੜਾ ਉਹ ਪੜ੍ਹ ਸਕਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਆਪਾਂ ਪੰਜਾਬੀ ਚ ਅਨਪੜ੍ਹ ਵਰਡ ਯੂਜ਼ ਕਰ ਲੈਂਦੇ ਹਾਂ ਤੇ ਇੰਗਲਿਸ਼ ਚ ਅਸੀਂ ਕਹਿੰਦੇ ਹਾਂ ਜੀ ਇਲਿਟਰੇਟ ਤੇ ਆਪਣੇ ਕੋਲ ਇਹੋ ਜਿਹਾ ਪਰਸਨ ਜੋ ਪੜ੍ਹਨਾ ਲਿਖਣਾ ਜਾਣਦਾ ਮਤਲਬ ਪੜ੍ਹਿਆ ਲਿਖਿਆ ਤਾਂ ਉਹਦੇ ਵਾਸਤੇ ਤੁਸੀਂ ਯੂਜ਼ ਕਰ ਲੈਂਦੇ ਹੋ ਵਰਡ ਇਲਿਟਰੇਟ ਦਾ ਤਾਂ ਹੁਣ ਇਲਿਟਰੇਟ ਦਾ ਮਤਲਬ ਕੀ ਹੈ ਤੁਹਾਡੇ ਕੋਲੇ ਇਲਿਟਰੇਟ ਦਾ ਮੀਨਿੰਗ ਹੈ ਤੁਹਾਡੇ ਕੋਲੇ ਅਨਪੜ੍ਹ ਹੋਣਾ
अनपढ़ होना। सो अ पर्सन हू कैन नॉट रीड और राइट इज कॉल्ड इलिटरेट। तो लिटरेसी रेट ਤੁਸੀਂ ਯਾਦ ਰੱਖ ਸਕਦੇ ਹੋ ਵੀ ਲਿਟਰੇਸੀ ਰੇਟ ਹੁੰਦਾ ਆਪਣੇ ਕੋਲ ਲਿਟਰੇਸੀ ਰੇਟ ਨਿਕਲਦਾ ਹੁੰਦਾ ਹੈ ਵੀ ਕਿਸੇ ਦੇਸ਼ ਦੇ ਵਿੱਚ ਜਾਂ ਕਿਸੇ ਰਾਜ ਦੇ ਵਿੱਚ ਕਿੰਨੇ ਕੁ ਲੋਕ ਪੜ੍ਹੇ ਲਿਖੇ ਆ ਜਾਂ ਕਿੰਨੇ ਕੁ ਲੋਕ ਇਲਿਟਰੇਟ ਨੇ। ਸੋ ਉੱਥੇ ਲਿਟਰੇਸੀ ਰੇਟ ਦਾ ਤੁਸੀਂ ਯਾਦ ਰੱਖ ਸਕਦੇ ਹੋ ਵੀ ਪੜ੍ਹੇ ਲਿਖਿਆਂ ਵਾਸਤੇ ਲਿਟਰੇਟ ਵਰਡ ਯੂਜ਼ ਕੀਤਾ ਜਾਂਦਾ ਤੇ ਇਲਿਟਰੇਟ ਦਾ ਮੀਨਿੰਗ ਹੁੰਦਾ ਹੈ ਅਨਪੜ੍ਹ ਜਾਂ ਫਿਰ ਜਿਹਨੂੰ ਪੜ੍ਹਨਾ ਤੇ ਲਿਖਣਾ ਨਹੀਂ ਆਉਂਦਾ। ਨੈਕਸਟ ਹੈ ਜੀ 6 ਨੰਬਰ ਫਰੇਜ਼ ਦੈਟ ਇਜ਼ ਅ ਪਰਸਨ ਹੂ ਸੁਪਰਵਾਈਜ਼ਰਸ ਡਿਊਰਿੰਗ ਐਨ ਐਗਜ਼ਾਮੀਨੇਸ਼ਨ। ਹੁਣ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਆਪਣੇ ਕੀ ਹੁੰਦਾ ਜਦੋਂ ਕੋਈ ਪੇਪਰ ਵਗੈਰਾ ਹੁੰਦਾ ਤੁਹਾਡਾ ਤਾਂ ਉਹਦੇ ਵਿੱਚ ਨਾ ਇੱਕ ਵਿਜ਼ੀਲੇਟਰ ਹੁੰਦਾ ਜਿਵੇਂ ਆਪਾਂ ਇਨਵਿਜ਼ੀਲੇਟਰ ਕਹਿ ਦਿੰਦੇ ਆ ਤਾਂ ਇਨਵਿਜ਼ੀਲੇਟਰ ਹੁੰਦਾ ਜੋ ਕਿ ਕੀ ਕਰਦਾ ਸੁਪਰਵਾਈਜ਼ ਕਰਦਾ ਜੋ ਵੀ ਐਗਜ਼ਾਮੀਨੇਸ਼ਨ ਤੁਹਾਡੀ ਕੰਡਕਟ ਕਰਵਾਈ ਜਾ ਰਹੀ ਹੈ ਉਹ ਤਾਂ ਹੁਣ ਜਿਵੇਂ ਆਪਣੇ ਪੇਪਰ ਹੁੰਦੇ ਆ ਕਾਲਜ ਵਗੈਰਾ ਦੇ ਪੇਪਰ ਹੁੰਦੇ ਆ ਉੱਥੇ ਵੀ ਤੁਹਾਡੇ ਕੋਲ ਇਨਵਿਜ਼ੀਲੇਟਰ ਦੇਖਣ ਨੂੰ ਮਿਲਣਗੇ। ਸਿਮਿਲਰਲੀ ਤੁਹਾਡੇ ਕੋਈ ਹੋਰ ਕੰਪੀਟੀਟਿਵ ਐਗਜ਼ਾਮ ਨਾਲ ਰਿਲੇਟਡ ਪੇਪਰ ਹੁੰਦੇ ਆ ਤੇ ਉੱਥੇ ਵੀ ਇਨਵਿਜ਼ੀਲੇਟਰ ਹੈ ਜਿਹੜਾ ਤੁਸੀਂ ਦੇਖਦੇ ਹੋ ਤੇ ਤੁਹਾਡੇ ਜਿਹੜੇ ਐਡਮਿਟ ਕਾਰਡ ਹੁੰਦੇ ਉੱਥੇ ਵੀ ਤੁਸੀਂ ਇਨਵਿਜ਼ੀਲੇਟਰ ਵਰਡ ਆ ਜਿਹੜਾ ਲਿਖਿਆ ਹੋਇਆ ਦੇਖਿਆ ਹੋਣਾ ਤਾਂ ਉਹਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲ ਇਨਵਿਜ਼ੀਲੇਟਰ ਦਾ ਮਤਲਬ ਹੁੰਦਾ ਜੀ ਇਹੋ ਜਿਹਾ ਪਰਸਨ ਜੋ ਕਿ ਸੁਪਰਵਾਈਜ਼ ਕਰਦਾ ਹੈ ਐਗਜ਼ਾਮੀਨੇਸ਼ਨ ਦੇ ਟਾਈਮ ਦੇ ਉੱਤੇ। ਅ ਪਰਸਨ ਹੂ ਸੁਪਰਵਾਈਜ਼ਸ ਡਿਊਰਿੰਗ ਐਨ ਐਗਜ਼ਾਮੀਨੇਸ਼ਨ ਇਜ਼ ਕਾਲਡ ਇਨਵਿਜ਼ੀਲੇਟਰ। ਆਈ ਹੋਪ ਤੁਹਾਡੇ 6 ਫਰੇਜ਼ਸ ਜੋ ਆਪਾਂ ਡਿਸਕਸ ਕੀਤੇ ਆ ਉਹ ਕਲੀਅਰ ਹੋ ਗਏ ਹੋਣਗੇ। ਇੱਕ ਵਾਰ ਲਵਾਂਗੇ ਇਹਨਾਂ ਦੀ ਕੁਇਕ ਰਿਵੀਜ਼ਨ। ਹਾਂਜੀ ਤਾਂ ਫਰਸਟ ਫਰੇਜ਼ ਜਿਹੜੀ ਆਪਾਂ ਡਿਸਕਸ ਕੀਤੀ ਦੈਟ ਇਜ਼ ਦ ਮਰਡਰ ਆਫ ਅ ਕਿੰਗ। ਤਾਂ ਮਰਡਰ ਵਾਲਾ ਆਪਾਂ ਤੁਸੀਂ ਯਾਦ ਰੱਖਣਾ ਰੂਟ ਵਰਡ ਸਾਈਡ ਸਾਈਡ ਆ ਗਿਆ ਜਿੱਥੇ ਉੱਥੇ ਤੁਹਾਡੇ ਕੋਲ ਮੀਨਿੰਗ ਕੀ ਹੋਏਗਾ ਉਹਦਾ ਕੋਈ ਵਰਡ ਜੋ ਕਿ ਮਰਡਰ ਦੇ ਲਈ ਯੂਜ਼ ਕੀਤਾ ਜਾ ਰਿਹਾ। ਸੋ ਮਰਡਰ ਆਫ ਅ ਕਿੰਗ ਰੈਜੀ ਸਾਈਡ ਤਾਂ ਆਪਾਂ ਰਾਜਾ ਕਹਿੰਦੇ ਨੇ ਪੰਜਾਬੀ ਦੇ ਵਿੱਚ ਸੋ ਰੈਜੀ ਸਾਈਡ। ਨੈਕਸਟ ਹੈ ਹਾਰਡ ਵਰਡ ਈਜ਼ੀਲੀ ਬ੍ਰੋਕਨ ਮੀਨਿੰਗ ਹੈ ਜੀ ਬ੍ਰਿਟਲ। ਥਰਡ ਫਰੇਜ਼ ਇਜ਼ ਐਨ ਅਸੈਂਬਲੀ ਆਫ ਵਰਸ਼ਿਪਰਸ ਕਾਲਡ congregation and the next phrase is one who eats too much ਇਹੋ ਜਿਹਾ ਪਰਸਨ ਜੋ ਬਹੁਤ ਜ਼ਿਆਦਾ ਖਾਂਦਾ ਹੈ is called glutton। next phrase is a person who cannot read or write unpad कहने जिन्हें ਆਪਾਂ is called illiterate and the next phrase is a person who supervises during an examination is called invigilator। ਤਾਂ ਹੁਣ invigilator word ਹੈ ਜਿਹੜਾ ਤੁਸੀਂ ਆਪਣੇ ਐਡਮਿਟ ਕਾਰਡ ਦਿੱਤੇ ਆ ਜਿਹੜਾ ਉਹ ਬਹੁਤ ਦੇਖਦੇ ਹੋ ਤਾਂ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ invigilator ਦਾ ਮਤਲਬ ਹੁੰਦਾ ਹੈ ਜੋ ਕਿ ਇਹੋ ਜਿਹਾ ਪਰਸਨ ਜੋ ਕਿ ਸੁਪਰਵਾਈਜ਼ ਕਰਦਾ ਹੈ ਐਗਜ਼ਾਮੀਨੇਸ਼ਨ ਦੇ ਦੌਰਾਨ। ਨੈਕਸਟ ਹੈ ਤੁਹਾਡੇ ਕੋਲ ਇਡੀਓਮ ਫਰੇਜ਼ਲ ਦਾ ਪੋਰਸ਼ਨ vocab ਦੇ ਅੰਦਰ ਆਪਾਂ ਡਿਸਕਸ ਕਰਦੇ ਹਾਂ ਇਡੀਓਮ ਫਰੇਜ਼ਲ ਦੈਟ ਇਜ਼ ਮੁਹਾਵਰੇ। ਤਾਂ ਹੁਣ ਆਪਾਂ ਡਿਸਕਸ ਕਰਨ ਲੱਗੇ ਹਾਂ ਪਹਿਲੀ ਆਪਣੀ ਫਰੇਜ਼ ਦੇਖੋ ਜੀ ਫਰਸਟ ਫਰੇਜ਼ ਕੀ ਹੈ ਬੀ ਇਨ ਟੂ ਮਾਈਂਡਸ। ਹੁਣ ਆਪਣੇ ਸਾਰਿਆਂ ਦਾ ਆਪਾਂ ਨੂੰ ਪਤਾ ਹੈ ਕਿ ਆਪਾਂ ਆਪਣਾ ਇੱਕੋ ਹੀ ਮਾਈਂਡ ਹੈ ਆਪਾਂ ਮਨ ਹੈ ਜਿਹੜਾ ਸਿਰਫ ਇੱਕ ਹੁੰਦਾ ਹੈ ਆਪਾਂ ਉਹਨੂੰ ਦੋ ਪਾਸੇ ਲੈ ਕੇ ਜਾ ਰਹੇ ਹਾਂ। ਸੋ ਮਤਲਬ ਕੀ ਹੋ ਗਿਆ ਤੁਹਾਡੇ ਕੋਲੇ ਇੱਕ ਚੀਜ਼ ਤੇ ਫੋਕਸ ਕਰਨ ਦੀ ਬਜਾਏ ਤੁਸੀਂ ਦੋ ਦੋ ਚੀਜ਼ਾਂ ਨੂੰ ਦੇਖ ਰਹੇ ਹੋ ਮਤਲਬ ਕੀ ਹੋ ਗਿਆ ਤੁਸੀਂ ਡਿਸਾਈਡ ਨਹੀਂ ਕਰ ਪਾ ਰਹੇ। ਬੀ ਇਨ ਟੂ ਮਾਈਂਡਸ ਦਾ ਮੀਨਿੰਗ ਹੁੰਦਾ ਕੋਈ ਚੀਜ਼ ਜਿਹੜੀ ਕਿ ਤੁਸੀਂ ਡਿਸਾਈਡ ਨਹੀਂ ਕਰ ਪਾ ਰਹੇ। ਜੇ ਇੱਕ ਪਾਸੇ ਧਿਆਨ ਹੋਊਗਾ ਤਾਂ ਤੁਸੀਂ ਫੋਕਸ ਕਰਕੇ ਜਿਹੜਾ ਉਹ ਕੰਮ ਕਰ ਲਓਗੇ ਬਟ ਬੀ ਇਨ ਟੂ ਮਾਈਂਡਸ ਦੋਵੇਂ ਪਾਸੇ ਧਿਆਨ ਹੋਊਗਾ ਸੇਮ ਚੀਜ਼ ਤੁਸੀਂ ਡਿਸਾਈਡ ਨਹੀਂ ਕਰ ਪਾ ਰਹੇ ਅਨਏਬਲ ਟੂ ਡਿਸਾਈਡ ਤੁਹਾਡੇ ਕੋਲੇ ਕੀ ਆ ਜਾਏਗਾ ਇਹਦਾ ਮੀਨਿੰਗ ਆ ਜਾਏਗਾ ਬੀ ਇਨ ਟੂ ਮਾਈਂਡਸ ਦਾ। ਨੈਕਸਟ ਹੈ ਬੀ ਇਨ ਸਮਵਨਸ ਸ਼ੂਜ਼। ਆਪਾਂ ਨਹੀਂ ਕਹਿੰਦੇ ਹੁੰਦੇ ਵੀ ਜਿਹੜੀ ਜਿਹਦੀ ਥਾਲੀ ਦੇ ਵਿੱਚ ਆਪਾਂ ਕਹਿੰਦੇ ਥਾਲੀ ਵਿੱਚ ਲੱਡੂ ਵੱਡਾ ਲੱਗਣਾ ਮਤਲਬ ਕੋਈ ਪਰਸਨ ਆਪਾਂ ਦੇਖਣ ਦੇ ਵਿੱਚ ਲੱਗਦਾ ਵੀ ਉਹ ਬਹੁਤ ਜ਼ਿਆਦਾ ਸੁਖੀ ਹੈ ਬਟ ਅਸਲ ਦੇ ਵਿੱਚ ਜਦੋਂ ਤੱਕ ਆਪਾਂ ਉਹਦੀ ਪੋਜੀਸ਼ਨ ਤੇ ਨਹੀਂ ਪਹੁੰਚਦੇ ਹੈਗੇ ਜਾਂ ਦੇਖਦੇ ਨਹੀਂ ਵੀ ਉਹ ਲਾਈਫ ਦੇ ਵਿੱਚ ਕਿਸ ਤਰੀਕੇ ਨਾਲ ਡੀਲ ਕਰ ਰਹੇ ਆਪਾਂ ਨੂੰ ਐਵੇਂ ਜਿਹੜਾ ਆਪਾਂ ਕਿਸੇ ਤੇ ਕਮੈਂਟ ਪਾਸ ਨਹੀਂ ਕਰ ਸਕਦੇ। ਸੋ ਸੇਮ ਹੀ ਤੁਹਾਡੇ ਕੋਲ ਇਹ ਫਰੇਜ਼ ਦਾ ਚਲਾ ਤੁਸੀਂ ਯੂਜ਼ ਕਰ ਸਕਦੇ ਹੋ ਬੀ ਇਨ ਸਮਵਨਸ ਸ਼ੂਜ਼ ਮਤਲਬ ਕੀ ਹੁੰਦਾ ਤੁਹਾਡੇ ਕੋਲ ਫੇਸ ਦਾ ਸੇਮ ਸਿਚੁਏਸ਼ਨ ਐਜ਼ ਅਨਦਰ ਪਰਸਨ ਵੀ ਜਿੰਨਾ ਚਿਰ ਤੁਸੀਂ ਦੂਸਰੇ ਪਰਸਨ ਦੀ ਸਿਚੁਏਸ਼ਨ ਦੀ ਥਾਂ ਤੇ ਸਿਚੁਏਸ਼ਨ ਦੇ ਵਿੱਚ ਨਹੀਂ ਆਉਂਦੇ ਜਿੰਨਾ ਚਿਰ ਤੁਸੀਂ ਉਹ ਚੀਜ਼ਾਂ ਜਿਹੜੀ ਫੇਸ ਨਹੀਂ ਕਰਦੇ ਜੋ ਅਗਲਾ ਪਰਸਨ ਫੇਸ ਕਰ ਰਿਹਾ ਹੈ ਤਾਂ ਤੁਸੀਂ ਉਹਨਾਂ ਚਿਰ ਜਿਹੜਾ ਉਹਦੀ ਆਪਾਂ ਕਹਿੰਦੇ ਕੋਈ ਵੀ ਚੀਜ਼ ਦਾ ਆਪਾਂ ਅੰਦਾਜ਼ਾ ਜਿਹੜਾ ਉਹ ਨਹੀਂ ਲਗਾ ਸਕਦੇ। ਸੋ ਬੀ ਇਨ ਸਮਵਨਸ ਸ਼ੂਜ਼ ਦਾ ਮੀਨਿੰਗ ਹੈ ਜੀ ਫੇਸ ਦਾ ਸੇਮ ਸਿਚੁਏਸ਼ਨ ਐਜ਼ ਅਨਦਰ ਪਰਸਨ ਕਿਸੇ ਦੇ ਤਰੀਕੇ ਨਾਲ ਜਾਂ ਕਿਸੇ ਦੀ ਲਾਈਫ ਦੇ ਵਿੱਚ ਕਿਸੇ ਦੀ ਲਾਈਫ ਦੀ ਤਰ੍ਹਾਂ ਆਪਣੀ ਲਾਈਫ ਨੂੰ ਬਿਤਾਉਣ ਦੀ ਕੋਸ਼ਿਸ਼ ਕਰਨਾ। ਨੈਕਸਟ ਹੈ ਤੁਹਾਡੇ ਕੋਲ ਥਰਡ ਨੰਬਰ ਫਰੇਜ਼ ਦੈਟ ਇਜ਼ ਬਿਹਾਈਂਡ ਵਨਸ ਬੈਕ। ਹੁਣ ਬਿਹਾਈਂਡ ਵਨਸ ਬੈਕ ਦਾ ਮੀਨਿੰਗ ਹੁੰਦਾ ਹੈ ਕਿਸੇ ਦੀ ਐਬਸੈਂਸ ਦੇ ਵਿੱਚ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਉੱਥੇ ਤੁਸੀਂ ਯੂਜ਼ ਕਰੋਗੇ ਬਿਹਾਈਂਡ ਵਨਸ ਬੈਕ। ਜਿਵੇਂ ਆਪਾਂ ਬੈਕ ਵਾਈਟਿੰਗ ਵਰਡ ਯੂਜ਼ ਕਰਦੇ ਹਾਂ ਚੁਗਲੀ ਕਹਿ ਦਿੰਦੇ ਹਾਂ ਜਿਹਨੂੰ ਆਪਾਂ ਨਾ ਤਾਂ ਹੁਣ ਉਹ ਵੀ ਸੇਮ ਤੁਹਾਡੇ ਕੋਲ ਬਿਹਾਈਂਡ ਵਨਸ ਬੈਕ ਦਾ ਮਤਲਬ ਹੁੰਦਾ ਹੈ ਇਨ ਵਨਸ ਐਬਸੈਂਸ। ਜਦੋਂ ਆਪਾਂ ਕਿਸੇ ਦੀ ਐਬਸੈਂਸ ਦੇ ਵਿੱਚ ਗੈਰ ਹਾਜ਼ਰੀ ਦੇ ਵਿੱਚ ਕੋਈ ਕੰਮ ਕਰ ਰਹੇ ਹਾਂ ਤਾਂ ਉੱਥੇ ਤੁਸੀਂ ਯੂਜ਼ ਕਰੋਗੇ ਫਰੇਜ਼ ਬਿਹਾਈਂਡ ਵਨਸ ਬੈਕ। ਨੈਕਸਟ ਹੈ ਜੀ ਫਰੇਜ਼ ਤੁਹਾਡੇ ਕੋਲ ਬਾਈਟ ਦਾ ਡਸਟ। ਡਸਟ ਬੇਸਿਕਲੀ ਯੂਜ਼ ਕੀਤਾ ਜਾਂਦਾ ਤੁਹਾਡੇ ਕੋਲੇ ਧੂੜ ਦੇ ਲਈ ਤੇ ਬਾਈਟ ਆਪਾਂ ਯੂਜ਼ ਕਰਦੇ ਹਾਂ ਕਿਸੇ ਚੀਜ਼ ਦੇ ਉੱਤੇ ਦੰਦੀ ਵੱਢਣ ਵਾਸਤੇ ਪਤਾ ਜਿਵੇਂ ਆਪਾਂ ਕਹਿੰਦੇ ਹਾਂ ਕੋਈ ਚੀਜ਼ ਬੁਰਕੀ ਵਗੈਰਾ ਖਾਣੀ ਹੈ ਜਾਂ ਦੰਦੀ ਵੱਢਣੀ ਹੈ ਤਾਂ ਉੱਥੇ ਬਾਈਟ ਦਾ ਯੂਜ਼ ਕੀਤਾ ਜਾਂਦਾ ਹੈ। ਬਾਈਟ ਦਾ ਡਸਟ ਹੁਣ ਡਸਟ ਦੇ ਉੱਤੇ ਕੌਣ ਦੰਦੀ ਵੱਢਦਾ ਹੈ ਇਹ ਚੀਜ਼ ਥੋੜੀ ਜਿਹੀ ਇਰੈਗੂਲਰ ਜਿਹੀ ਲੱਗ ਰਹੀ ਹੈ। ਸੋ ਬਾਈਟ ਦਾ ਡਸਟ ਦਾ ਮੀਨਿੰਗ ਜਿਹੜਾ ਤੁਹਾਡੇ ਕੋਲੇ ਅਗੇਨ ਨੈਗੇਟਿਵ ਵਰਡ ਹੋਏਗਾ ਸਫਰ ਦਾ ਡਿਫੀਟ ਔਰ ਟੂ ਡਾਈ। ਤਾਂ ਹੁਣ ਜ਼ਿਆਦਾ ਤੁਸੀਂ ਹਾਰ ਰਹੇ ਹੋ ਜਾਂ ਫਿਰ ਤੁਹਾਡੀ ਜਿਹੜੀ ਉਹ ਸਿੰਪਲ ਡੈਥ ਕੀਤੀ ਜਾ ਰਹੀ ਹੈ ਡੈਥ ਹੋ ਰਹੀ ਹੈ ਤਾਂ ਤੁਸੀਂ ਉੱਥੇ ਯੂਜ਼ ਕਰੋਗੇ ਵਰਡ ਬਾਈਟ ਦਾ dust। bite the dust phrase meaning है जी suffer the defeat or to die।
ਜਾਂ ਸਿੰਪਲ ਇਹੀ ਚੀਜ਼ ਯੂਜ਼ ਕੀਤੀ ਜਾਵੇ ਜਿਵੇਂ ਕੁਸ਼ਤੀ ਵਗੈਰਾ ਹੁੰਦੀ ਹੈ ਨਾ, ਤਾਂ ਹੁਣ ਉਹ ਜਿਹੜਾ ਪਰਸਨ ਹੈ ਡਸਟ ਚੱਕ ਲੂਗਾ, ਮਤਲਬ ਡਸਟ ਜਿਹੜੀ ਹੈਗੀ ਜਿਹਨੇ ਡਸਟ ਬਾਈਟ ਕਰ ਲਈ, ਉਹ ਕੀ ਹੋ ਗਿਆ, ਉਹ ਹਾਰ ਜਾਂਦਾ ਹੈ। ਤਾਂ ਅਗੇਨ ਤੁਹਾਡੇ ਕੋਲ ਜਿਹੜਾ ਇੱਥੋਂ ਵੀ ਤੁਸੀਂ ਇਹ ਯਾਦ ਕਰ ਸਕਦੇ ਹੋ। ਨੈਕਸਟ ਹੈ ਤੁਹਾਡੇ ਕੋਲੇ 5 ਨੰਬਰ ਫਰੇਜ਼ ਦੈਟ ਇਜ਼ ਬਿਗ ਬਕਸ। ਬਿਗ ਬਕਸ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਬਕਸ ਤੁਸੀਂ ਯਾਦ ਕਰ ਸਕਦੇ ਹੋ, ਬਕਟ ਬਣਾ ਲਓ ਤੁਸੀਂ, ਜਾਂ ਬਕਸ ਦਾ ਤੁਸੀਂ ਬੈਗ ਬਣਾ ਲਓ। ਤਾਂ ਬਿਗ ਬੈਗਸ ਜਾਂ ਬਿਗ ਬਕਸ ਦਾ ਬਕਟ ਬਣਾ ਲਓ, ਤਾਂ ਇਹਦਾ ਮਤਲਬ ਕੀ ਹੋਏਗਾ, ਤੁਹਾਡੇ ਕੋਲੇ ਬਹੁਤ ਜ਼ਿਆਦਾ ਮਨੀ ਹੈ, a lot of money ਵਾਸਤੇ ਤੁਸੀਂ यूज करोगे बिग बॉक्स वाला phrase। so next phrase है जी ਤੁਹਾਡੀ between a rock and a hard place। between a rock and a hard place ਇਹਦਾ ਮਤਲਬ ਕੀ ਹੁੰਦਾ, ਜਦੋਂ ਤੁਸੀਂ ਦੋ ਇਹੋ ਜਿਹੀਆਂ ਸਿਚੁਏਸ਼ਨ ਦੇ ਵਿੱਚ ਹੋ ਜੋ ਕਿ ਪਹਿਲੇ ਹੀ ਤੋਂ ਹੀ ਕਹਿ ਲਓ ਬਹੁਤ ਜ਼ਿਆਦਾ ਖਰਾਬ ਨੇ। ਆਪਾਂ ਨੇ ਕਹਿਣਾ ਹੁੰਦਾ ਵੀ ਦੋਵੇਂ ਪਾਸੇ ਜਿਹੜਾ ਤੁਹਾਡੇ ਕੋਲ ਖਾਈ ਵੱਟੀ ਅੱਗੇ ਖਾਈ ਪਿੱਛੇ ਖੂਹਾਂ ਐਵੇਂ ਜੇ ਕੁਛ ਕਰਕੇ ਇੱਕ ਮੁਹਾਵਰਾ ਹੁੰਦਾ। ਸੋ ਉਹੀ ਸੇਮ ਮੁਹਾਵਰਾ ਜਿਹੜਾ ਤੁਹਾਡਾ ਇਹ ਹੈ, between a rock and a hard place, ਮੀਨਿੰਗ ਕੀ ਹੁੰਦਾ, stuck between two very bad situations। ਤਾਂ ਦੋ ਬਹੁਤ ਜ਼ਿਆਦਾ ਬੁਰੀਆਂ ਸਿਚੁਏਸ਼ਨਸ ਦੇ ਵਿੱਚ ਆਪਸ਼ਨ ਦੇ ਵਿੱਚ ਤੁਸੀਂ ਫਸੇ ਹੋਏ ਤਾਂ ਤੁਸੀਂ ਯੂਜ਼ ਕਰੋਗੇ idiom between a rock and a hard place। ਆਈ ਹੋਪ ਤੁਹਾਡੇ 6 phrases ਜੋ ਆਪਾਂ ਡਿਸਕਸ ਕੀਤੇ idiom phrases ਦੇ ਵਿੱਚ ਕਲੀਅਰ ਹੋਏ ਹੋਣਗੇ। ਇੱਕ ਵਾਰ ਕੋਈ ਰਿਵੀਜ਼ਨ ਲਵਾਂਗੇ, ਦੈਨ ਆਪਾਂ ਪ੍ਰੋਸੀਡ ਕਰਾਂਗੇ ਆਪਣੇ vocab ਦੇ ਨੈਕਸਟ ਪਾਰਟ ਤੇ। ਦੇਖੋ first phrase is be in two minds, meaning है unable to decide। Next is be in someone's shoes, meaning जी face the same situation as another person। Next phrase that we have discussed is behind one's back, in one's absence। Next is bite the dust, suffer the defeat, or to die। And the next phrase is big bucks, meaning is a lot of money। And the next phrase is between a rock and a hard place। And the meaning of this phrase is stuck between two very bad ऑप्शंस। आई होप क्लियर ने। नेक्स्ट स्टार्ट कर रहे हैं ਆਪਾਂ सिनोनिम एंटोनिम ਦਾ ਪੋਰਸ਼ਨ। ਅਗੇਨ ਤੁਹਾਡਾ ਸਮਾਨਾਰਥੀ ਦੇ ਵਿਰੋਧੀ ਸ਼ਬਦ, ਜਿੰਨੇ सिनोनिम एंटोनिम ਆਪਾਂ ਪਿਛਲੇ ਕਲਾਸਸ ਦੇ ਵਿੱਚ ਕਰ ਚੁੱਕੇ ਆ, ਟਰਾਈ ਕਰਿਓ ਕਿ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਬਾਰ-ਬਾਰ ਰਿਵਾਈਜ਼ ਕਰਦੇ ਰਹੋ, ਬਿਕੋਜ਼ ਕੈਬ ਦਾ ਜਿੰਨਾ ਵੀ ਆਪਣਾ ਪੋਰਸ਼ਨ ਹੈ, ਜਿੰਨਾ ਤੁਸੀਂ ਰਿਵਾਈਜ਼ ਕਰੋਗੇ ਤੁਹਾਡਾ ਉਨਾ ਹੀ ਹੈ ਜਿਹੜਾ ਚੰਗੇ ਤਰੀਕੇ ਨਾਲ ਤਿਆਰ ਹੋਏਗਾ। ਇਹ ਤੁਹਾਡਾ ਗ੍ਰਾਮਰ ਦਾ ਨਹੀਂ ਹੈ ਕਿ ਤੁਹਾਨੂੰ ਕੋਈ ਰੂਲ ਦੱਸ ਦਿੱਤਾ ਤੇ ਤੁਸੀਂ ਇਹ ਜਿਹੜਾ ਇਹਨੂੰ ਯਾਦ ਕਰ ਲੋਗੇ। ਤਾਂ ਜਿੰਨੀ vocab ਤੁਸੀਂ ਰਿਵਾਈਜ਼ ਕਰੋਗੇ ਤੁਹਾਡੇ ਉਨੀ ਚੰਗੇ ਤਰੀਕੇ ਨਾਲ ਜਿਹੜੀ ਇਹ ਹੈਲਪਫੁਲ ਹੋਏਗੀ ਤੇ ਤੁਸੀਂ ਇਹ ਜਿਹੜਾ ਧਿਆਨ ਦੇ ਵਿੱਚ ਰੱਖ ਪਾਓਗੇ। ਦੇਖੋ ਜੀ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਸਿਨੋਨਿਮ ਐਂਟੋਨਿਮ। ਫਰਸਟ ਵਰਡ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਦੈਟ ਇਜ਼ ਲੈਵਿਸ਼। ਲੈਵਿਸ਼ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਜਿਹੜੀ ਬਹੁਤ ਜ਼ਿਆਦਾ ਐਕਸਪੈਂਸਿਵ ਹੈ, ਮਹਿੰਗੀ ਹੈ, ਤਾਂ ਤੁਸੀਂ ਯੂਜ਼ ਕਰੋਗੇ ਲੈਵਿਸ਼ ਦਾ। ਜਿਵੇਂ ਕਹਿੰਦੇ ਲੈਵਿਸ਼ ਲਾਈਫ ਸਟਾਈਲ, ਸੋ ਲੈਵਿਸ਼ ਦਾ ਮੀਨਿੰਗ ਹੁੰਦਾ ਹੈ ਬਹੁਤ ਵਧੀਆ ਜਾਂ ਉੱਚੇ ਪੱਧਰ ਦਾ, ਮਹਿੰਗਾ। ਸੋ ਸਿਨੋਨਿਮ ਤੁਹਾਡੇ ਕੋਲੇ ਵਰਡ ਐਕਸਪੈਂਸਿਵ, bountiful and luxurious। luxurious ਤੁਸੀਂ use ਕਰਦੇ ਹੋ, bountiful word use ਕਰਦੇ ਹੋ, expensive word use ਕਰਦੇ ਹੋ for lavish। and the next ਹੈ ਤੁਹਾਡੇ ਕੋਲੇ antonyms ਨੇ word lavish ਦੇ। ਕੀ ਹੁੰਦਾ ਤੁਹਾਡੇ ਕੋਲੇ ਕੋਈ ਚੀਜ਼ ਜਿਹੜੀ ਸਸਤੀ ਹੈ ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਬੜੀ ਜ਼ਿਆਦਾ ਵਧੀਆ ਨਹੀਂ ਹੈ, luxurious ਨਹੀਂ ਹੈ, ਤੁਸੀਂ use ਕਰੋਗੇ antonyms ਦੇ ਵਿੱਚ ਤੁਹਾਡੇ ਕੋਲੇ scarce word use ਕੀਤਾ ਹੋਇਆ, ਮਤਲਬ ਕਿ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਦੀ ਕਮੀ ਹੋਣਾ। next is moderate, ਮਤਲਬ ਅੱਧ ਵਿਚਕਾਰ ਦੀ ਕੋਈ ਚੀਜ਼ ਹੋਵੇ ਤਾਂ moderate ਤੁਸੀਂ use ਕਰ ਸਕਦੇ ਹੋ। scarce and moderate ਕਿਨੇ ਤੁਹਾਡੇ antonyms ਨੇ word lavish ਦੇ। ਤਾਂ lavish ਦਾ ਮਤਲਬ ਹੁੰਦਾ ਮਹਿੰਗਾ। synonym ਨੇ ਤੁਹਾਡੇ expensive, bountiful, luxurious, and the opposite words are scarce and moderate। next word is mandatory। mandatory ਦਾ ਮਤਲਬ ਹੁੰਦਾ ਤੁਹਾਡੇ ਕੋਲੇ ਕੋਈ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਜਾਂ ਤੁਸੀਂ ਜ਼ਰੂਰੀ ਵਾਸਤੇ ਯੂਜ਼ ਕਰ ਰਹੇ ਹੋ। ਆਪਾਂ ਕਹਿੰਦੇ ਨੇ ਵੀ ਇਹ ਕੰਮ ਕਰਨਾ ਤਾਂ mandatory ਹੈ, ਤੁਸੀਂ ਕਰਨਾ ਹੀ ਹੈ, ਤਾਂ ਤੁਸੀਂ ਜ਼ਰੂਰੀ word ਹੈ ਜਿਹੜਾ ਯਾਦ ਰੱਖਣਾ ਹੈ। next ਤੁਹਾਡੇ ਕੋਲੇ synonym ਨੇ compulsory word ਆਪਾਂ ਯੂਜ਼ ਕਰਦੇ ਜਿਵੇਂ ਆਪਣੇ ਕੋਲੇ subject ਹੁੰਦੇ ਆ compulsory English, compulsory ਪੰਜਾਬੀ। ਸੋ compulsory ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਲਾਜ਼ਮੀ ਹੈ, ਜ਼ਰੂਰੀ ਹੈ। essential ਅਗੇਨ ਮੀਨਿੰਗ ਇਸ ਜ਼ਰੂਰੀ ਹੁੰਦਾ ਹੈ। ਅੱਗੇ ਹੈ ਤੁਹਾਡੇ ਕੋਲੇ word imperative, ਤੁਹਾਡੇ ਕੋਲੇ ਨਿਊ word ਹੈ imperative, ਤੁਸੀਂ ਯਾਦ ਰੱਖਣਾ ਇਹਦਾ ਮੀਨਿੰਗ ਵੀ ਕੀ ਹੁੰਦਾ ਤੁਹਾਡੇ ਕੋਲੇ ਕੋਈ ਚੀਜ਼ ਜਿਹੜੀ ਜ਼ਰੂਰੀ ਹੈ, ਲਾਜ਼ਮੀ ਹੈ। ਨੈਕਸਟ ਹੈ ਤੁਹਾਡੇ ਕੋਲੇ antonym word that is optional। ਆਪਸ਼ਨਲ ਦਾ ਮਤਲਬ ਕੀ ਹੈ ਤੁਹਾਡੇ ਕੋਲੇ ਸੇਮ ਚੀਜ਼ ਵੀ ਤੁਸੀਂ ਆਪਸ਼ਨ ਹੈ ਰੱਖਣਾ ਜਾਂ ਨਹੀਂ ਰੱਖਣਾ। ਅਗੇਨ ਤੁਹਾਡੇ ਕੋਲੇ ਇਹਦਾ ਮੀਨਿੰਗ ਕੀ ਜਗ੍ਹਾ ਤੁਹਾਡੇ ਆਪੋਜ਼ਿਟ ਦੇ ਵਿੱਚ ਆ ਜਾਊਗਾ। ਮੈਂਡੇਟਰੀ ਦਾ ਆਪੋਜ਼ਿਟ ਹੈ ਤੁਹਾਡਾ ਆਪਸ਼ਨਲ। ਨੈਕਸਟ ਹੈ ਜੀ ਤੁਹਾਡੇ ਕੋਲੇ ਵਰਡ ਦੈਟ ਇਜ਼ ਮੈਟੀਕੂਲਸ। ਮੈਟੀਕੂਲਸ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਤੋਂ ਸਾਵਧਾਨ ਹੋਣਾ, ਕੇਅਰਫੁਲ ਹੋਣਾ। ਸੋ ਸਾਵਧਾਨ ਤੁਹਾਡਾ ਮੈਟੀਕੂਲਸ ਦਾ ਮੀਨਿੰਗ ਹੈ। ਸਿਨੋਨਿਮ ਨੇ ਤੁਹਾਡੇ ਕੋਲ ਲਿਖੇ ਹੋਏ ਵਰਡ ਹੈ ਜਿਵੇਂ ਫਰਸਟ ਹੈ ਕੇਅਰਫੁਲ ਐਂਡ ਦ ਸੈਕੰਡ ਇਜ਼ ਪਰਫੈਕਸ਼ਨਿਸਟ। ਪਰਫੈਕਸ਼ਨਿਸਟ ਔਰ ਕੇਅਰਫੁਲ ਤੁਹਾਡੇ ਸਿਨੋਨਿਮ ਨੇ। ਹੁਣ ਪਰਫੈਕਸ਼ਨਿਸਟ ਆਪਾਂ ਪਰਫੈਕਸ਼ਨਲ ਕਹਿ ਦਿੰਦੇ ਆ ਨਾ, ਕੋਈ ਪਰਸਨ ਜਿਹੜਾ ਪਰਫੈਕਸ਼ਨਿਸਟ ਹੈ ਮਤਲਬ ਕਿ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਪਰਫੈਕਟ ਹੈ, ਤਾਂ ਤੁਸੀਂ ਪਰਫੈਕਸ਼ਨਿਸਟ ਵਰਡ ਹੈ ਜਿਹੜਾ ਉਹਦੇ ਵਾਸਤੇ ਯੂਜ਼ ਕਰ ਸਕਦੇ ਹੋ। ਅੱਗੇ ਤੁਹਾਡੇ ਕੋਲ ਕੇਅਰਫੁਲ ਵਰਡ ਅਗੇਨ ਤੁਹਾਡਾ ਕੀ ਹੈ ਸਿਨੋਨਿਮ ਹੈ ਵਰਡ ਮੈਟੀਕੂਲਸ ਦਾ। ਐਂਟੀਨਮ ਵਰਡ ਆਪਾਂ ਡਿਸਕਸ ਕਰ ਰਹੇ ਹਾਂ ਦੈਟ ਇਜ਼ ਕੇਅਰਲੈਸ, ਚਾਰਟਿਕ ਔਰ ਸਲੂਪਿੰਗ। ਤਾਂ ਇਹ ਤੁਹਾਡੇ ਐਂਟੀਨਮਸ ਨੇ ਵਰਡ ਮੈਟੀਕੂਲਸ ਦੇ। ਆਈ ਥਿੰਕ ਆਪਣੇ ਕੋਲ ਲਗਭਗ ਸਾਰੇ ਵਰਡ ਹੀ ਜਿਹੜੇ ਨਿਊ ਨੇ। ਕੇਅਰਫੁਲ ਐਂਡ ਕੇਅਰਲੈਸ ਜਿਹੜਾ ਤੁਸੀਂ ਪਹਿਲਾਂ ਸੁਣਿਆ ਹੋਣਾ। ਮੈਟੀਕੂਲਸ ਵਰਡ ਤੁਹਾਡੇ ਲਈ ਨਿਊ ਹੈ। ਪਰਫੈਕਸ਼ਨ
ਪ੍ਰੋਫੈਸ਼ਨਲਿਸਟ ਵਰਡ ਹੈ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਮੈਟੀਰੀਅਲ ਦਾ ਸਿਨੋਨਿਮ ਹੁੰਦਾ ਹੈ। ਚਾਰਟਿਕ ਐਂਡ ਦਾ ਆਪਣੇ ਕੋਲ ਸਲੋਪੀ ਵਰਡ ਹੈ ਜਿਹੜਾ ਇਹ ਵੀ ਤੁਹਾਡੇ ਲਈ ਨਿਊ ਹੈ, ਸੋ ਧਿਆਨ ਦੇ ਵਿੱਚ ਰੱਖਿਓ ਕਿ ਇਹਨਾਂ ਦੇ ਮੀਨਿੰਗ ਹੈ ਜਿਹੜੇ ਤੁਹਾਡੇ ਕੋਲ ਕੀ ਹੁੰਦੇ ਆ। ਨੈਕਸਟ ਵਰਡ ਇਜ਼ ਨੈਬੂਲਸ। ਤਾਂ ਹੁਣ ਨੈਬੂਲਾ ਵਰਡ ਤੁਸੀਂ ਸੁਣਿਆ ਹੋਣਾ। ਨੈਬੂਲਾ ਦਾ ਮਤਲਬ ਹੁੰਦਾ ਕੋਈ ਚੀਜ਼ ਬਾਹਲੀ ਜ਼ਿਆਦਾ ਵੱਡੀ ਹੁੰਦੀ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਨੈਬੂਲਾ। ਤਾਂ ਹੁਣ ਅੱਗੇ ਤੁਹਾਡੇ ਕੋਲ ਨੈਬੂਲਸ ਵਰਡ ਲਿਖਿਆ ਹੋਇਆ, ਦਾ ਮੀਨਿੰਗ ਹੁੰਦਾ ਕੋਈ ਚੀਜ਼ ਜਿਹੜੀ ਅਸਪਸ਼ਟ ਹੈ। ਹੁਣ ਜਦੋਂ ਕੋਈ ਚੀਜ਼ ਬਹੁਤ ਜ਼ਿਆਦਾ ਵੱਡੀ ਹੋ ਜਾਏ ਤਾਂ ਤੁਸੀਂ ਕੀ ਕਰਦੇ ਹੋ, ਉਹ ਚੀਜ਼ ਆਪਾਂ ਨੂੰ ਕਲੀਅਰ ਨਹੀਂ ਹੁੰਦੀ, ਸਪਸ਼ਟ ਨਹੀਂ ਹੁੰਦੀ। ਜਿੰਨਾ ਜ਼ਿਆਦਾ ਕੋਈ ਚੀਜ਼ ਵੱਡੀ ਹੁੰਦੀ ਆਪਾਂ ਨੂੰ ਉਨੀ ਕਹਿ ਸਕਦੇ ਹਾਂ ਅਨਕਲੀਅਰ ਹੋ ਜਾਂਦੀ ਹੈ। ਸੋ ਨੈਬੂਲਸ ਦਾ ਮੀਨਿੰਗ ਤੁਸੀਂ ਯਾਦ ਰੱਖੋਗੇ, ਮੀਨਿੰਗ ਹੁੰਦਾ ਅਸਪਸ਼ਟ। ਆਪਣੇ ਸਿਨੋਨਿਮ ਨੇ ਵਰਡ ਵੈਗ ਐਂਡ ਐਂਬੀਗਸ। ਅਗੇਨ ਐਂਬੀਗਸ ਦਾ ਤਾਂ ਤੁਸੀਂ ਪਤਾ ਕਰ ਹੀ ਸਕਦੇ ਹੋ ਕਿ ਕੋਈ ਚੀਜ਼ ਬਹੁਤ ਜ਼ਿਆਦਾ ਵੱਡੀ ਹੈ, ਸੋ ਉਹ ਕੀ ਹੋਏਗੀ, ਅਨਕਲੀਅਰ ਹੋਏਗੀ। ਐਂਬੀਗਸ ਵਰਡ, ਐਂਬੀਗ ਵਰਡ ਤੁਹਾਡੇ ਕੀ ਨੇ, ਸਿਨੋਨਿਮ ਨੇ ਵਰਡ ਨੈਬੂਲਸ ਦੇ। ਆਪੋਜ਼ਿਟ ਵਰਡ ਕੀ ਹੈ ਤੁਹਾਡੇ ਕੋਲ, ਕਲੀਅਰ ਐਂਡ ਡੈਫੀਨਿਟ। ਕਲੀਅਰ ਐਂਡ ਡੈਫੀਨਿਟ ਤੁਹਾਡੇ ਆਪੋਜ਼ਿਟ ਨੇ ਵਰਡ ਨੈਬੂਲਸ ਦੇ। ਨੈਕਸਟ ਵਰਡ ਜੋ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਦੈਟ ਇਜ਼ ਨੋਵਲ। ਨੋਵਲ ਦਾ ਮਤਲਬ ਕੀ ਹੁੰਦਾ ਹੈ, ਨੋਵਲ ਬੇਸਿਕਲੀ ਨੋਵਲ ਦੇਖਿਆ ਜਾਵੇ ਤਾਂ ਨਾਵਲ, ਇੱਕ ਕਹਾਣੀਆਂ ਵਗੈਰਾ ਲਿਖੀਆਂ ਜਾਂਦੀਆਂ ਜਿਹੜਾ ਉਹਨੂੰ ਵੀ ਕਹਿ ਦਿੱਤਾ ਜਾਂਦਾ ਹੈ। ਤਾਂ ਆਪਣਾ ਪੰਜਾਬੀ ਦਾ ਵਰਡ ਨਹੀਂ ਵੀ ਨਾਵਲ ਹੈ। ਅਗੇਨ ਆਪਾਂ ਇੱਕ ਨੋਬਲ ਵਰਡ ਯੂਜ਼ ਕਰਦੇ ਨੇ। ਨੋਬਲ ਦਾ ਮਤਲਬ ਹੁੰਦਾ ਕੋਈ ਬਹੁਤ ਜ਼ਿਆਦਾ ਵਧੀਆ ਹੋਣਾ। NOBLE ਉਹ ਦੂਸਰੀ ਬੀ ਹੁੰਦੀ ਹੈ, ਬॉय ਵਾਲੀ ਬੀ, ਇਹ ਬੀ ਤੁਹਾਡੀ ਦੂਸਰੀ ਹੈ। ਹਾਂਜੀ, ਤਾਂ ਨੋਬਲ ਦਾ ਇੱਥੇ ਨੋਬਲ ਦਾ ਮੀਨਿੰਗ ਹੁੰਦਾ ਹੈ ਜੇ ਤੁਸੀਂ ਇਹ ਬਣਾ ਸਕਦੇ ਹੋ ਨੋਵੇ ਤੋਂ, ਇਹਨੂੰ ਬਣਾ ਲਓ ਨੋਵੇ। ਤਾਂ ਨੋਵੇ ਮਤਲਬ ਨਵਾਂ, ਨਵਾਂ ਜਿਹੜਾ ਹੈਗਾ ਤੁਹਾਡੇ ਕੋਲ ਮੀਨਿੰਗ ਹੈ। ਯੂਨੀਕ ਐਂਡ ਮਾਡਰਨ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਕੀ ਆ ਜਾਣਗੇ ਤੁਹਾਡੇ ਕੋਲ, ਕੋਈ ਚੀਜ਼ ਜਿਹੜੀ ਪੁਰਾਣੀ ਹੈ। ਸੋ ਬੈਨਰ, ओल्ड एंड स्टैग्नेशन। तो बैन ਤੁਸੀਂ बैन तो बना लो, कोई चीज बैन हो रही है मतलब बहुत लंबे टाइम ਤੋਂ ਚੱਲੀ ਆ ਰਹੀ ਸੀ, ਇਸੇ ਕਰਕੇ बैन हो गई, ਪੁਰਾਣੀ ਹੋ ਗਈ ਉਹ। बैनर, ओल्ड एंड स्टैग्नेशन ਹੈ ਜਿਹੜੇ ਤੁਹਾਡੇ ਕੋਲੇ ਐਂਟੀਨਮਸ ਨੇ ਵਰਡ ਨੋਵਲ ਦੇ। ਨੋਵਲ ਯਾਦ ਰੱਖਣਾ ਹੈ, ਇਹ ਨੋਵਲ ਤੁਹਾਡਾ ਪੰਜਾਬੀ ਵਾਲਾ ਨਾਵਲ ਨਹੀਂ ਹੈ ਜਿਹਦੇ ਤੇ ਆਪਾਂ ਕਹਾਣੀਆਂ ਲਿਖਦੇ ਹਾਂ, ਨਹੀਂ। ਇਹਦਾ ਮੀਨਿੰਗ ਹੈ ਤੁਹਾਡੇ ਕੋਲੇ ਕੀ ਹੁੰਦਾ, ਤੁਹਾਡਾ ਨਵਾਂ। ਇੱਕ ਨੋਵਲ ਹੋਰ ਹੁੰਦਾ ਹੈ ਇਹ ਵਾਲਾ, ਇਹਦਾ ਮਤਲਬ ਹੁੰਦਾ ਕੋਈ ਪਰਸਨ ਜਿਹੜਾ ਬਹੁਤ ਵਧੀਆ ਹੈਗਾ, ਤਾਂ ਨੋਵਲ ਹੈ ਜਿਹੜਾ ਉੱਥੇ ਵੀ ਯੂਜ਼ ਕੀਤਾ ਜਾਂਦਾ ਹੈ। ਇਹ ਨੋਵਲ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਨਵਾਂ। ਤਾਂ ਹੁਣ ਸਪੈਲਿੰਗ ਹੈ ਜਿਹੜੇ ਧਿਆਨ ਦੇ ਵਿੱਚ ਰੱਖਣੇ ਆ ਕਿ ਕਿਹੜੇ ਵਾਲੇ ਵਰਡ ਦਾ ਮੀਨਿੰਗ ਤੁਹਾਡੇ ਕੋਲੇ ਨਵਾਂ ਹੁੰਦਾ ਹੈ। ਨੈਕਸਟ ਹੈ ਜੀ ਤੁਹਾਡੇ ਕੋਲੇ 6 ਨੰਬਰ ਵਰਡ ਦੈਟ ਇਜ਼ ਆਬਸਕਿਓਰ। ਆਬਸਕਿਓਰ ਦਾ ਮਤਲਬ ਹੁੰਦਾ ਹੈ, ਅਗੇਨ ਤੁਸੀਂ ਜਿਹੜਾ ਪਿੱਛੇ ਵਰਡ ਕਰਕੇ ਆਓ, ਜਿਵੇਂ ਆਪਾਂ ਕਿਹੜਾ ਵਰਡ ਕੀਤਾ ਸੀਗਾ ਨੈਬੂਲਸ। ਤਾਂ ਨੈਬੂਲਸ ਦਾ ਮੀਨਿੰਗ ਵੀ ਆਪਣੇ ਕੋਲੇ ਅਸਪਸ਼ਟ ਸੀ। ਸਿਮਿਲਰ ਤੁਹਾਡੇ ਕੋਲੇ ਆਬਸਕਿਓਰ ਦਾ ਮੀਨਿੰਗ ਕੀ ਹੈ, ਅਸਪਸ਼ਟ ਹੈ, ਅਨਕਲੀਅਰ ਹੈ। ਤਾਂ ਤੁਹਾਡੇ ਕੋਲੇ ਸਿਨੋਨਿਮ ਕੀ ਹੈ, ਤੁਹਾਡੇ ਕੋਲੇ ਵਰਡ ਹੈ ਜੀ ਕਨਫਿਊਜ਼ਿੰਗ। ਤਾਂ ਕੋਈ ਚੀਜ਼ ਜਿਹੜੀ ਕਨਫਿਊਜ਼ ਕਰ ਰਹੀ ਹੈ ਇਟ ਮੀਨਸ ਅਸਪਸ਼ਟ ਹੈ। ਅਨਨੋਨ ਜਿਹੜੀ ਚੀਜ਼ ਤੁਸੀਂ ਜਾਣਦੇ ਨਹੀਂ ਹੈਗੇ ਜਿਹਦੇ ਬਾਰੇ, ਉਹ ਵੀ ਤੁਹਾਡੇ ਲਈ ਕੀ ਹੋਗੀ, ਅਨਕਲੀਅਰ ਹੋਏਗੀ। ਸੋ ਅਨਨੋਨ ਵੀ ਵਰਡ ਹੈ ਜਿਹੜਾ ਤੁਸੀਂ ਆਬਸਕਿਓਰ ਦੇ ਲਈ ਯੂਜ਼ ਕਰ ਸਕਦੇ ਹੋ। ਨੈਕਸਟ ਤੁਹਾਡੇ ਕੋਲ ਐਂਟੀਨਮ ਵਰਡ ਦੈਟ ਇਜ਼ ਕਲੀਅਰ ਐਂਡ ਬੈਲ ਨੋਨ। ਕੋਈ ਚੀਜ਼ ਜਿਹੜੀ ਕਲੀਅਰ ਹੈ, ਨਾਟ ਕਨਫਿਊਜ਼ਿੰਗ ਤੁਸੀਂ ਕਹਿ ਸਕਦੇ ਹੋ। ਨੋ ਬੈਲ ਨੋਨ ਹੈ ਮਤਲਬ ਤੁਸੀਂ ਪਹਿਲਾਂ ਹੀ ਹੈ ਜਿਹੜੀ ਚੀਜ਼ ਬਾਰੇ ਜਾਣਦੇ ਹੋ। ਬੈਲ ਅਨਨੋਨ ਨਹੀਂ ਆਏਗਾ, ਬੈਲ ਨੋਨ ਆਏਗਾ ਇੱਥੇ। ਤਾਂ ਬੈਲ ਨੋਨ ਹੈ, ਕਲੀਅਰ ਹੈ, ਤਾਂ ਤੁਸੀਂ ਯੂਜ਼ ਕਰੋਗੇ ਇਹਨਾਂ ਨੂੰ ਆਪੋਜ਼ਿਟ ਵਰਡ ਦੀ ਫਾਰਮ ਦੇ ਵਿੱਚ। ਆਬਸਕਿਓਰ ਦਾ ਮਤਲਬ ਕੀ ਹੈ ਤੁਹਾਡੇ ਕੋਲ ਕੋਈ ਚੀਜ਼ ਅਸਪਸ਼ਟ ਹੈ। ਹਾਂਜੀ, ਇਹ ਜਿਹੜਾ ਤੁਸੀਂ ਵਰਡ ਹੈ ਯਾਦ ਵਿੱਚ ਰੱਖਣਾ ਹੈ। ਅੱਗੇ ਦੇਖਦੇ ਹਾਂ ਆਪਾਂ ਅਗੇਨ ਇਹਨਾਂ ਨੂੰ ਇੱਕ ਵਾਰ ਰਿਵਾਈਜ਼ ਕਰਦੇ ਹਾਂ ਆਪਣੇ 6 ਦੇ 6 ਵਰਡਸ ਤੇ ਦੈਨ ਆਪਾਂ ਜਿਹੜਾ ਹੈਗਾ ਪ੍ਰੋਸੀਡ ਕਰਾਂਗੇ ਆਪਣੇ ਨੈਕਸਟ ਟੌਪਿਕ ਦੇ ਉੱਤੇ। ਦੇਖੋ ਜੀ, ਫਰਸਟ ਵਰਡ ਜਿਹੜਾ ਆਪਾਂ ਡਿਸਕਸ ਕੀਤਾ ਦੈਟ ਇਜ਼ ਲੈਵਿਸ਼। ਆਪਾਂ ਜਿਵੇਂ ਲੈਵਿਸ਼ ਲਾਈਫ ਸਟਾਈਲ ਕਹਿ ਦਿੰਦੇ ਹਾਂ, ਤਾਂ ਲੈਵਿਸ਼ ਦਾ ਮਤਲਬ ਕੀ ਹੁੰਦਾ ਕੋਈ ਚੀਜ਼ ਮਹਿੰਗੀ ਹੋਣਾ। ਐਕਸਪੈਂਸਿਵ, ਬਾਉਂਟੀਫੁਲ, ਲਗਜ਼ਰੀਅਸ, ਸਕੈਰਸ ਐਂਡ ਮੋਡਰਨ ਤੁਹਾਡੇ ਆਪੋਜ਼ਿਟ ਵਰਡਸ ਨੇ। ਨੈਕਸਟ ਹੈ ਜੀ ਮੈਂਡੇਟਰੀ। ਮੈਂਡੇਟਰੀ ਦਾ ਮਤਲਬ ਕੀ ਹੁੰਦਾ ਕੋਈ ਚੀਜ਼ ਜਿਹੜੀ ਜ਼ਰੂਰੀ ਹੈ, ਲਾਜ਼ਮੀ ਹੈ। ਕੰਪਲਸਰੀ, ਐਸੈਂਸ਼ੀਅਲ ਐਂਡ ਇੰਪੈਰੇਟਿਵ ਆਰ synonyms of the word mandatory and the opposite word is optional. Next word is meticulous. meticulous ਦਾ ਮੀਨਿੰਗ ਕੀ ਹੁੰਦਾ ਹੈ, ਸਾਵਧਾਨ ਹੋਣਾ। ਜਾਂ ਤੁਸੀਂ ਇਹ ਚੀਜ਼ ਰੱਖ ਲਓ ਵੀ ਮਿੱਟੀ ਹੈ ਜਿਹੜੀ, ਮਿੱਟੀ ਤੁਹਾਡੇ ਅੱਖਾਂ ਦੇ ਵਿੱਚ ਨਾ ਪਵੇ, ਤੁਸੀਂ ਉਹਦੇ ਤੋਂ ਕੀ ਰਹਿਣਾਗਾ, ਸਾਵਧਾਨ ਰਹਿਣਾ। ਸੋ ਮੈਟੀਕੂਲਸ ਦਾ ਮੀਨਿੰਗ ਹੁੰਦਾ ਹੈ ਸਾਵਧਾਨ ਹੋਣਾ। ਕੇਅਰਫੁਲ ਐਂਡ ਪਰਫੈਕਸ਼ਨਿਸਟ ਆਰ synonyms of this word and the opposite word ਕੀ ਹੈ ਤੁਹਾਡੇ ਕੋਲ ਕੇਅਰਲੈਸ, ਚਾਰਟਿਕ ਔਰ ਫਲੋਪੀ। ਨੈਕਸਟ ਹੈ ਜੀ ਨੈਬੂਲਸ। ਨੈਬੂਲਸ ਦਾ ਮੀਨਿੰਗ ਹੁੰਦਾ ਹੈ ਕੋਈ ਚੀਜ਼ ਜਿਹੜੀ ਬਹੁਤ ਵੱਡੀ ਹੈ। ਅਗੇਨ ਤੁਹਾਡੇ ਕੋਲ ਕਿਸੇ ਚੀਜ਼ ਦਾ ਅਸਪਸ਼ਟ ਹੋਣਾ ਜਿਹੜਾ ਇਹ ਮੀਨਿੰਗ ਹੈ। vague and ambiguous are synonyms of this word and the opposite words are clear or definite. Next is novel. Novel is meaning ਹੈਗਾ ਤੁਹਾਡੇ ਕੋਲ ਨਵਾਂ। Unique and modern are synonyms of this word and the opposite words are veneer, old or stagnation. Next word is obscure. Obscure again meanings ਤੁਹਾਡਾ ਜਿਵੇਂ nebulous ਦਾ meaning ਅਸਪਸ਼ਟ ਹੈ, similarly ਤੁਹਾਡੇ ਕੋਲ obscure ਦਾ meaning ਵੀ ਕੀ ਹੁੰਦਾ ਹੈ ਅਸਪਸ਼ਟ ਹੁੰਦਾ ਹੈ, ਕੋਈ ਚੀਜ਼ confusing ਹੈ, unknown ਹੈ, ਇਹ synonym ਹੋ ਜਾਣਗੇ। opposite words ਕਿਹੜੇ ਆ ਤੁਹਾਡੇ ਕੋਲੇ clear and well known. I hope ਤੁਹਾਡੇ 6 words ਜੋ ਆਪਾਂ synonym antonyms ਡਿਸਕਸ ਕੀਤੇ ਉਹ clear ਹੋਣਗੇ। ਹਾਂਜੀ, ਤਾਂ ਪ੍ਰੋਸੀਡ ਕਰਦੇ ਹਾਂ ਨੈਕਸਟ ਟੌਪਿਕ ਦੇ ਉੱਤੇ। ਤੇ ਅੱਜ ਦਾ ਜਿਹੜਾ ਟੌਪਿਕ ਅਗੇਨ ਆਪਾਂ ਜੋ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਸਪੈਲਿੰਗ ਐਰਰਸ, ਜਾਂ ਫਿਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਮਿਸਸਪੈਲ। ਤਾਂ ਹੁਣ ਇਹਦੇ ਦੇ ਨਾਲ ਰਿਲੇਟਡ ਹੈ ਜਿਹੜੇ ਕੁਐਸਚਨ ਕਾਫੀ ਹੈ, ਜਿਹੜਾ ਹੁਣ ਸਿਲੇਬਸ ਚੇਂਜ ਹੋ ਰਿਹਾ ਹੈ ਜਿਸ ਕਰਕੇ ਆਪਣੇ ਕੋਲ ਇਹ ਵਰਡ ਹੈ ਜਿਹੜੇ ਕਾਫੀ ਪੁੱਛੇ ਜਾ ਰਹੇ ਹੈ। ਸੋ ਕਰੈਕਟਲੀ ਸਪੈਲਡ ਵਰਡ ਹੋ ਸਕਦਾ ਹੈ, ਇਨਕਰੈਕਟਲੀ ਸਪੈਲਡ ਵਰਡ ਹੋ ਸਕਦਾ ਹੈ ਜੋ ਤੁਹਾਡੇ ਤੋਂ ਪੁੱਛਿਆ ਗਿਆ। ਤਾਂ ਫਰਸਟ ਕੁਐਸਚਨ ਹੈ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਸਭ ਤੋਂ ਪਹਿਲਾਂ ਟਰਾਈ ਕਰੋ ਕਿ ਕਿਹੜਾ ਵਰਡ ਤੁਹਾਡੇ ਕੋਲੇ ਰੋਂਗ ਹੈ, ਤੁਸੀਂ ਸੋਲਵ ਕਰਨਾ ਹੈ। ਦੈਨ ਮੈਂ ਜਿਹੜਾ ਨਾ ਆਨਸਰ ਤੁਹਾਨੂੰ ਦੱਸ ਰਹੀ ਹਾਂ। ਦੇਖੋ ਜੀ 10 ਸੈਕਿੰਡ ਤੁਹਾਨੂੰ ਦਿੱਤੇ ਜਾ ਰਹੇ ਹੈ। ਹਾਂਜੀ,
आई होप ਤੁਹਾਡਾ ਆਨਸਰ ਆ ਗਿਆ ਹੋਵੇਗਾ। ਤਾਂ ਕੀ ਆਨਸਰ ਆਏਗਾ ਦਾ ਸਿਲੈਕਟ ਦਾ ਕਰੈਕਟਲੀ ਸਪੈਲਡ ਵਰਡ। ਤਾਂ ਤੁਸੀਂ ਸਾਰਿਆਂ ਨੂੰ ਪਹਿਲਾਂ ਚਾਰੇ ਆਪਸ਼ਨ ਪੜੋਗੇ ਤੇ ਚੈੱਕ ਕਰੋਗੇ ਕਿ ਕਿਹੜਾ ਵਰਡ ਹੈ ਤੁਹਾਡੇ ਕੋਲੇ ਕਰੈਕਟ ਸਪੈਲ ਕੀਤਾ ਹੋਇਆ ਹੈ, ਮਤਲਬ ਜਿਹੜਾ ਹੈਗਾ ਤੁਹਾਡੇ ਕੋਲੇ ਸਹੀ ਲਿਖਿਆ ਹੋਇਆ ਹੈ। ਤਾਂ ਫਰਸਟ ਵਰਡ ਤੁਹਾਡੇ ਕੋਲੇ ਲਿਖਿਆ ਇਲੈਕਸ਼ਨ। ਤਾਂ ਤੋਂ ਪਤਾ ਲੱਗਾ ਕਿ ਇਹ ਇਲੈਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਪਹਿਲੇ ਕੀ ਹੁੰਦਾ ਹੈ ਇਲੈਕਸ਼ਨ ਦੇ ELECTION ਹੁੰਦੇ ਆ, ਨਾ ਕਿ ELAC ਹੁੰਦੇ ਆ। ਇਟ ਮੀਨਸ ਇੱਥੇ A ਦੀ ਐਰਰ ਸੀ, ਬਾਕੀ ਤਾਂ ਤੁਹਾਡਾ ਸਹੀ ਸੀ। ਸੋ ਇਹ ਵਾਲਾ ਜਿਹੜਾ ਤੁਹਾਡੇ ਕੋਲ ਇਨਕਰੈਕਟ ਹੈ। ਨੈਕਸਟ ਤੁਸੀਂ ਚੈੱਕ ਕਰੋਗੇ ਵਰਡ ਲਿਖਿਆ ਹੋਇਆ ਐਕਸਪੀਰੀਅੰਸ। ਤਾਂ ਅਗੇਨ ਤੁਸੀਂ ਦੇਖੋਗੇ ਕਿ ਐਕਸਪੀਰੀਅੰਸ ਦੇ ਸਪੈਲਿੰਗ ਕੀ ਹੁੰਦੇ ਆ EXPERIENCE। ਤੁਹਾਡੇ ਕੋਲ ਕੀ ਹੁੰਦਾ ਐਕਸਪੀਰੀਅੰਸ ਦੇ ਸਪੈਲਿੰਗ ਇਹ ਹੁੰਦੇ। ਹੁਣ ਚੈੱਕ ਕਰੋ ਕੀ ਚੀਜ਼ ਐਰਰ ਹੈ EXPERI ਨਹੀਂ ਹੁੰਦਾ E ਹੁੰਦਾ ਹੈ। ਤਾਂ ਸੋ ਇੱਥੇ A ਵੀ ਅਗੇਨ ਐਰਰ ਹੈ, E ਹੋਣਾ ਚਾਹੀਦਾ ਸੀ, A ਨਹੀਂ ਹੋਣਾ ਚਾਹੀਦਾ ਸੀ। ਇਹ ਵੀ ਆਪਣੇ ਕੋਲੇ ਇਨਕਰੈਕਟ ਹੈ, ਇਟ ਮੀਨਸ ਇਹ ਵੀ ਆਪਣਾ ਆਨਸਰ ਨਹੀਂ ਹੈ। ਨੈਕਸਟ ਸੀ ਨੰਬਰ ਦਿੱਤਾ ਹੋਇਆ ਤੁਹਾਡੇ ਕੋਲੇ ਸੋਲੂਸ਼ਨ SOLUTION। ਸੋਲੂਸ਼ਨ ਦੇ ਸਪੈਲਿੰਗ ਸਹੀ ਲਿਖੇ ਹੋਇਆ, ਸੋਲੂਸ਼ਨ ਐਵੇਂ ਹੁੰਦਾ। ਸੋ ਆਨਸਰ ਤੁਹਾਡਾ ਸੀ ਹੋਣਾ ਸੀ। ਲਾਸਟ ਡੀ ਵੀ ਦੇਖ ਲਓ, ਇਹਦਾ ਮੀਨਿੰਗ ਲਾਸਟ ਜਿਹੜਾ ਵਰਡ ਤੁਹਾਡੇ ਕੋਲ ਲਿਖਿਆ ਹੋਇਆ ਕੀ ਲਿਖਿਆ ਹੋਇਆ ਇਹ ਲਿਖਿਆ ਹੋਇਆ ਜੀ ਟਰੂਲੀ। ਟਰੂਲੀ ਦਾ ਸਪੈਲਿੰਗ ਹੁੰਦਾ TRULY। ਇਹ ਸਪੈਲਿੰਗ ਅਗੇਨ ਰੋਂਗ ਨੇ। ਤਾਂ ਤੁਹਾਡੇ ਕੋਲ ਆਨਸਰ ਕੀ ਆਏਗਾ ਸੀ ਆਪਸ਼ਨ ਹੈ, ਜੋ ਤੁਸੀਂ ਆਨਸਰ ਮਾਰਕ ਕਰੋਗੇ। ਸੀ ਆਨਸਰ ਹੈ, ਕਰੈਕਟਲੀ ਸਪੈਲਡ ਵਰਡ ਪੁੱਛਿਆ ਸੀ, ਸੋ ਸੀ ਤੁਹਾਡੇ ਕੋਲ ਸਹੀ ਜਿਹੜਾ ਹੈਗਾ ਸਪੈਲ ਕੀਤਾ ਹੋਇਆ। ਨੈਕਸਟ ਕੁਐਸਚਨ ਜਿਹੜਾ ਤੁਸੀਂ ਸੋਲਵ ਕਰੋਗੇ ਅਗੇਨ ਸਪੈਲਡ ਵਰਡ ਹੈ ਜਿਹੜਾ ਤੁਸੀਂ ਚੈੱਕ ਕਰਨਾ ਹੈ। ਸਿਲੈਕਟ ਦਾ ਕਰੈਕਟਲੀ ਸਪੈਲਡ ਵਰਡ 10 ਸੈਕਿੰਡਸ ਆ ਗਿਵਨ ਟੂ ਯੂ। ਸਭ ਤੋਂ ਪਹਿਲਾਂ ਤੁਸੀਂ ਸੋਲਵ ਕਰੋਗੇ, ਦੈਨ ਆਪਾਂ ਜਿਹੜਾ ਆਨਸਰ ਹੈਗਾ ਚੈੱਕ ਕਰਾਂਗੇ ਵੀ ਕਿਹੜਾ ਵਰਡ ਤੁਹਾਡੇ ਕੋਲ ਕਰੈਕਟਲੀ ਸਪੈਲਡ ਕੀਤਾ ਹੋਇਆ। ਦੇਖੋ ਜੀ। ਹਾਂਜੀ, ਤਾਂ ਤੁਹਾਡਾ ਆਨਸਰ ਆ ਗਿਆ ਹੋਣਾ। ਚੈੱਕ ਕਰਦੇ ਹਾਂ, ਸਾਰਿਆਂ ਨਾਲੋਂ ਪਹਿਲਾਂ ਆਪਾਂ ਚੈੱਕ ਕੀ ਕਰਨਾ ਹੈ ਕਰੈਕਟਲੀ ਸਪੈਲਡ ਵਰਡ ਚੈੱਕ ਕਰਨਾ। ਇਟ ਮੀਨਸ ਤੁਹਾਡੇ ਕੋਲੇ 4 ਆਪਸ਼ਨ ਨੇ, ਉਹਨਾਂ ਦੇ ਵਿੱਚੋਂ 3 ਆਪਸ਼ਨ ਇਨਕਰੈਕਟ ਹੋਣਗੀਆਂ। ਇੱਕ ਆਪਸ਼ਨ ਹੈ ਜਿਹੜੀ ਤੁਸੀਂ ਚੈੱਕ ਕਰੋਗੇ ਉਹ ਸਹੀ ਹੋਏਗੀ, ਤੇ ਉਹ ਵਰਡ ਆਪਾਂ ਫਾਈਂਡ ਆਊਟ ਕਰਨਾ ਵੀ ਕਿਹੜਾ ਸਹੀ ਤਰੀਕੇ ਨਾਲ ਸਪੈਲ ਕੀਤਾ ਹੋਇਆ। ਸਭ ਤੋਂ ਪਹਿਲਾ ਵਰਡ ਦਿੱਤਾ ਹੋਇਆ ਤੁਹਾਡੇ ਕੋਲੇ ਐਕਸੀਲੈਂਸ। ਐਕਸੀਲੈਂਸ ਦਾ ਸਪੈਲਿੰਗ ਕੀ ਹੁੰਦਾ ਹੈ EXCELLENCE। ਤੇ ਤੁਹਾਡੇ ਕੋਲੇ ENC ਹੁੰਦਾ। ਐਕਸੀਲੈਂਟ ਦੇ ਸਪੈਲਿੰਗ ਤੁਹਾਨੂੰ ਆਉਂਦੇ ਹੋਣਗੇ, ਉਹਦੇ ਤੋਂ ਹੀ ਬਣਿਆ ਹੋਇਆ ਵਰਡ ਹੈ ਐਕਸੀਲੈਂਸ। ਤਾਂ ਹੁਣ ਐਕਸੀਲੈਂਸ ਦੇ ਸਪੈਲਿੰਗ ਕੀ ਹੁੰਦੇ ਤੁਹਾਡੇ ਕੋਲੇ ENCE ਹੁੰਦਾ, ANCE ਨਹੀਂ ਹੁੰਦਾ। ਜਿਨ੍ਹਾਂ ਦੇ ਪਿੱਛੇ ENCE ANCE ਯੂਜ਼ ਕੀਤਾ ਜਾਂਦਾ ਹੈ ਤਾਂ ਉਹ ਵਾਲੇ ਵਰਡ ਤੁਸੀਂ ਧਿਆਨ ਦੇ ਨਾਲ ਪੜ੍ਹਨੇ ਆ, ਬਿਕੋਜ਼ ਜ਼ਿਆਦਾਤਰ ਤੁਹਾਡੇ ਕੋਲੇ ਪੋਰਸ਼ਨ ਜਿਹੜਾ ਪੁੱਛਿਆ ਜਾਂਦਾ ਕਰੈਕਟਲੀ ਸਪੈਲਡ ਜਾਂ ਇਨਕਰੈਕਟਲੀ ਸਪੈਲਡ ਵਰਡ ਦੇ ਵਿੱਚ ਉਹ ANCE ਤੇ ENCE ਹੀ ਨਾਲ ਹੀ ਜਿਹੜਾ ਹੁੰਦਾ ਤੁਹਾਡੇ ਕੋਲੇ ਵਰਡਸ ਹੁੰਦੇ ਆ। ਨੈਕਸਟ ਦੇਖੋ ਜੀ ਗੈਲਰੀ। ਤੇ ਗੈਲਰੀ ਦੇ ਸਪੈਲਿੰਗ ਹੁਣ ਆਪਾਂ ਗੈਲਰੀ ਆਪਣੇ ਕਾਫੀ ਆਪਣੇ ਫੋਨਸ ਦੇ ਵਿੱਚ ਹੁੰਦੀ ਹੈ ਨਾ, ਆਪਣੀ ਫੋਟੋਜ਼ ਵਗੈਰਾ ਹੁੰਦੀਆਂ, ਉਹਨਾਂ ਦੇ ਸਪੈਲਿੰਗ ਕੀ ਹੁੰਦੇ ਇਹ ਚੀਜ਼ ਚੈੱਕ ਕਰਨੀ ਹੈ ਤੁਸੀਂ। ਤੇ ਗੈਲਰੀ ਦਾ ਸਪੈਲਿੰਗ ਦੇਖੋ GALLERY। ਤਾਂ E ਵਰਡ ਯੂਜ਼ ਕੀਤਾ ਜਾਂਦਾ ARY ਨਹੀਂ ਹੁੰਦਾ, ਸੋ B ਵੀ ਤੁਹਾਡੇ ਕੋਲੇ ਰੋਂਗ ਹੋ ਗਿਆ। ERY ਹੋਣਾ ਚਾਹੀਦਾ ਸੀ, ARY ਯੂਜ਼ ਕੀਤਾ ਹੋਇਆ। ਨੈਕਸਟ ਦੇਖੋ ਜੀ ਯੂਜ਼ ਕੀਤਾ ਹੋਇਆ ਵਰਡ ਹੈ ਸੀਨਰੀ। ਸੀਨਰੀ ਜਿਵੇਂ ਆਪਾਂ ਯੂਜ਼ ਕਰ ਲੈਂਦੇ ਕਿਸੇ ਦ੍ਰਿਸ਼ ਵਾਸਤੇ ਵੀ ਯੂਜ਼ ਕੀਤਾ ਜਾਂਦਾ ਹੈ। ਅਗੇਨ ਕੋਈ ਪੇਂਟਿੰਗ ਨੂੰ ਵੀ ਆਪਾਂ ਸੀਨਰੀ ਕਹਿ ਦਿੰਦੇ ਹਾਂ। SCENERY। ਇਹ ਸਪੈਲਿੰਗ ਤੁਹਾਡੇ ਬਿਲਕੁਲ ਸਹੀ ਨੇ। ਸੋ ਤੁਹਾਡੇ ਕੋਲੇ ਪੁੱਛਿਆ ਗਿਆ ਸੀ ਕਰੈਕਟਲੀ ਸਪੈਲਡ ਵਰਡ ਕਿਹੜਾ, ਤਾਂ ਸੀਨਰੀ ਵਰਡ ਹੈ ਜਿਹੜਾ ਕਰੈਕਟ ਸਪੈਲ ਕੀਤਾ ਹੋਇਆ। ਲਾਸਟ ਵਰਡ ਵੀ ਦੇਖ ਲਓ ਤੁਹਾਡੇ ਕੋਲੇ ਕੀ ਲਿਖਿਆ ਹੋਇਆ ਲਾਇਸੈਂਸ। ਤਾਂ ਲਾਇਸੈਂਸ ਦਾ ਸਪੈਲਿੰਗ ਪੜ੍ਹ ਕੇ ਦੇਖੋਗੇ ਤਾਂ ਇਹੀ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਇਹ ਸਹੀ ਹੈ, ਬਟ ਸਪੈਲਿੰਗ ਕੀ ਹੁੰਦਾ ਤੁਹਾਡੇ ਕੋਲੇ LICENCE। ਸੀ ਹੁੰਦਾ ਤੁਹਾਡੇ ਕੋਲੇ ਇੱਥੇ ਵੀ, ਤੇ ਲਾਸਟ ਦੇ ਉੱਤੇ ਵੀ ਤੁਹਾਡੇ ਕੋਲੇ ਸੀ ਹੁੰਦਾ। ਸੈਕੰਡ ਸੀ ਤੁਹਾਡੇ ਕੋਲੇ A ਨਹੀਂ ਹੁੰਦਾ, E ਹੁੰਦਾ। ਲਾਇਸੈਂਸ ਕਿਹਾ ਜਾਂਦਾ ਇਹਨੂੰ। ਆਪਾਂ ਜਿਵੇਂ ਸਾਊਂਡ ਕਰਦੇ ਹਾਂ, ਜਿਵੇਂ ਆਪਾਂ ਆਪਣੀ ਕੋਲੇ ਕਹਿ ਲਓ ਸਿੰਪਲ ਪ੍ਰੋਨਾਂਸੀਏਸ਼ਨ ਹੁੰਦੀ ਹੈ, ਆਪਾਂ ਉਸੇ ਤਰੀਕੇ ਨਾਲ ਵਰਡ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਤੁਹਾਨੂੰ ਇੱਕ ਵਰਡ ਲਗਵਾਇਆ ਗਿਆ ਸੀ ਡੈਫੀਨੇਸ਼ਨ, ਆਪਾਂ ਡੈਫੀਨੇਸ਼ਨ ਹੈ ਜਿਹੜੀ ਬੋਲਦੇ ਹਾਂ ਕਿਸੇ ਚੀਜ਼ ਦੀ ਡੈਫੀਨੇਸ਼ਨ, ਤਾਂ ਉਹ ਆਪਾਂ ਐਵੇਂ ਹੀ ਲਿਖ ਦਿੰਦੇ ਹਾਂ, ਜੋ ਕਿ ਰੋਂਗ ਹੈ। ਡੈਫੀਨੇਸ਼ਨ ਅਸਲ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਲਿਖੀ ਜਾਂਦੀ ਹੈ, ਉਹ ਡੈਫੀਨੇਸ਼ਨ ਐਵੇਂ ਹੈ ਜਿਹੜਾ ਤੁਸੀਂ ਇਹਨੂੰ ਲਿਖਦੇ ਹੋ। ਹੁਣ ਜਿਵੇਂ ਆਪਾਂ ਪ੍ਰੋਨਾਂਸ ਕਰ ਦਿੰਦੇ ਹਾਂ, ਸਿਮਿਲਰ ਆਪਾਂ ਜਿਹੜਾ ਟਰਾਈ ਕਰਦੇ ਹਾਂ ਵੀ ਉਸੇ ਤਰੀਕੇ ਨਾਲ ਲਿਖਿਆ ਜਾਊਗਾ, ਬਟ ਕਈ ਵਾਰ ਹੁੰਦਾ ਤੁਹਾਡੇ ਕੋਲੇ ਪ੍ਰੋਨਾਂਸ ਕਰਨ ਦੇ ਵਿੱਚ ਤੇ ਲਿਖਣ ਦੇ ਵਿੱਚ ਵਰਡ ਦੇ ਵਿੱਚ ਡਿਫਰੈਂਸ ਆ ਜਾਂਦਾ ਹੈ। ਜਿਵੇਂ ਹੁਣ ਆਪਾਂ ਡੈਫੀਨੇਸ਼ਨ ਬੋਲਦੇ ਹਾਂ, ਅਸਲ ਦੇ ਵਿੱਚ ਨੇਸ਼ਨ ਨਹੀਂ ਹੁੰਦਾ, ਉਹ ਨੇਸ਼ਨ ਹੁੰਦਾ, ਡੈਫੀਨੇਸ਼ਨ ਹੁੰਦਾ। ਸੋ ਇਹ ਜਿਹੜਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਰਡਸ ਹੈ ਜਿਹੜੇ ਧਿਆਨ ਦੇ ਵਿੱਚ ਤੁਸੀਂ ਰੱਖਣੇ ਆ। ਤਾਂ ਸੋ ਸਪੈਲਿੰਗ ਵਰਡ ਹੈ ਜਿਹੜੇ ਬਹੁਤ ਈਜ਼ੀ ਹੁੰਦੇ ਆ, ਕੁਐਸਚਨ ਤੁਸੀਂ ਚੈੱਕ ਕਰ ਹੀ ਰਹੇ ਹੋ। ਤੇ ਤੁਹਾਨੂੰ ਪਤਾ ਹੋਵੇ ਤੁਹਾਡੇ ਰੈਗੂਲਰ ਯੂਜ਼ਰਸ ਦੇ ਵਰਡ ਹੀ ਤੁਹਾਡੇ ਤੋਂ ਪੁੱਛੇ ਜਾਂਦੇ ਤੇ ਬਸ ਉਹਨਾਂ ਦੇ ਸਪੈਲਿੰਗ ਹੈ ਜਿਹੜੇ ਤੁਸੀਂ ਯਾਦ ਕਰਨੇ। ਤਾਂ ਨੈਕਸਟ ਕੁਐਸਚਨ ਜਿਹੜਾ ਕਿ ਤੁਸੀਂ ਸੋਲਵ ਕਰਨਾ ਹੈ ਦੈਟ ਇਜ਼ ਅਗੇਨ ਤੁਸੀਂ ਚੈੱਕ ਕਰਨਾ ਹੈ ਕਰੈਕਟਲੀ ਸਪੈਲਡ ਵਰਡ। 4 ਆਪਸ਼ਨਸ ਨੇ ਤੁਹਾਡੇ ਕੋਲ, ਚੈੱਕ ਕਰੋ ਕਿ ਕਿਹੜਾ ਵਰਡ ਤੁਹਾਡੇ ਕੋਲ ਸਹੀ ਸਪੈਲ ਕੀਤਾ ਹੋਇਆ ਹੈ। ਹਾਂਜੀ, ਤਾਂ ਹੋ ਗਿਆ ਕੁਐਸਚਨ ਸॉल्व। ਦੇਖਦੇ ਹਾਂ ਨਾ ਆਂਸਰ ਕੀ ਆਏਗਾ। ਫਰਸਟ ਆਪਸ਼ਨ ਦੇਖੋ ਟੈਰੀਟਰੀ ਲਿਖਿਆ ਹੋਇਆ। ਟੈਰੀਟਰੀ ਦਾ ਮਤਲਬ ਕੀ ਹੁੰਦਾ ਕੋਈ ਏਰੀਆ, ਆਪਾਂ ਟੈਰੀਟਰੀ ਕਹਿ ਦਿੰਦੇ ਨਾ, ਏਰੀਆ ਕਿਸੇ ਆਪਣੇ ਕੋਲ ਸਿਟੀ ਦਾ ਹੋ ਸਕਦਾ ਹੈ, ਕੋਈ ਕੰਟਰੀ ਦਾ ਹੋ ਸਕਦਾ, ਤਾਂ ਉਹਨੂੰ ਟੈਰੀਟਰੀ ਕਿਹਾ ਜਾਂਦਾ ਹੈ। ਤੇ ਟੈਰੀਟਰੀ ਸਪੈਲਿੰਗ ਕਿੰਦਾ TERRITOR
ਵਾਈ ਤਾਂ TORY ਹੁੰਦਾ, TARY ਨਹੀਂ ਹੁੰਦਾ। ਹੁਣ ਉਹੀ ਸੇਮ ਚੀਜ਼ ਪ੍ਰੋਨਾਂਸ ਕਰਨ ਦੇ ਵਿੱਚ, ਲਿਖਣ ਦੇ ਵਿੱਚ ਡਿਫਰੈਂਸ ਹੁੰਦਾ ਹੈ। ਸੋ ਪ੍ਰੋਨਾਂਸੀਏਸ਼ਨ ਜੇ ਸਹੀ ਹੈ, ਫਿਰ ਤੁਸੀਂ ਲਿਖ ਵੀ ਸਹੀ ਲਓਗੇ, ਬਟ ਜੇ ਪ੍ਰੋਨਾਂਸੀਏਸ਼ਨ ਬੋਲਣ ਦੇ ਵਿੱਚ ਹੀ ਤੁਸੀਂ ਗਲਤੀ ਕਰ ਰਹੇ ਹੋ, ਤੁਹਾਡੇ ਕੋਲੇ ਜਿਹੜਾ ਕਦੇ ਨਹੀਂ ਤੁਸੀਂ ਕਹਿ ਸਕਦੇ ਕਿ ਅਸੀਂ ਲੇਖ ਹੈ ਜਿਹੜਾ ਉਹ ਸਹੀ ਲਵਾਂਗੇ। ਸੋ ਪ੍ਰੋਨਾਂਸੀਏਸ਼ਨ ਨੂੰ ਸੁਧਾਰਨਾ ਪਏਗਾ। ਨੈਕਸਟ ਚੈੱਕ ਕਰੋ ਜੀ ਗਾਈਡੈਂਸ। ਗਾਈਡੈਂਸ ਚ ਸਪੈਲਿੰਗ ਦੇਖੋ, GUIDANCE ਗਾਈਡੈਂਸ ਸਪੈਲਿੰਗ ਹੈ ਜਿਹੜੇ ਇਹ ਬਿਲਕੁਲ ਸਹੀ ਲਿਖੇ ਹੋਏ ਆ। ANCE ਹੀ ਯੂਜ਼ ਹੁੰਦਾ ਹੈ, ENCE ਨਹੀਂ ਹੁੰਦਾ। ਸੋ ਤੁਹਾਡੇ ਕੋਲੇ ਬੀ ਆਪਸ਼ਨ ਹੈ ਜਿਹੜੀ ਸਹੀ ਹੋਏਗੀ। ਤੁਸੀਂ ਕਰੈਕਟਲੀ ਸਪੈਲਡ ਵਰਡ ਹੀ ਚੈੱਕ ਕਰਨਾ ਸੀ, ਬੀ ਇਹਦਾ ਆਂਸਰ ਹੋਏਗਾ। ਸੀ ਚੈੱਕ ਕਰ ਲਓ, ਸੀ ਦਾ ਮੀਨਿੰਗ ਲਿਖਿਆ ਹੋਇਆ ਤੁਹਾਡੇ ਕੋਲੇ DWELING ਡਵੈਲਿੰਗ। ਡਵੈਲਿੰਗ ਦੀ ਸਪੈਲਿੰਗ ਇਹ ਨਹੀਂ ਹੁੰਦੀ, ਕੀ ਹੁੰਦੀ ਹੈ ਡਵੈਲਿੰਗ ਦੀ ਸਪੈਲਿੰਗ DWELLING ਜੀ। ਤਾਂ ਡਵੈਲਿੰਗ ਹੁੰਦਾ ਕੀ ਹੈ, ਨਿਵਾਸ ਸਥਾਨ ਆਪਾਂ ਕਹਿ ਸਕਦੇ ਹਾਂ, ਜਿੱਥੇ ਆਪਾਂ ਰਹਿੰਦੇ ਹਾਂ, ਘਰ ਆਪਣਾ। ਤਾਂ ਡਵੈਲਿੰਗ ਹੁੰਦਾ ਕਿਹਾ ਜਾਂਦਾ ਹੈ, ਡਵੈਲਿੰਗ ਹੁੰਦਾ ਹੈ ਘਰ। ਨੈਕਸਟ ਹੈ ਜੀ ਵਰਡ ਤੁਹਾਡੇ ਕੋਲ ਕੋਆਪਰੇਟ। ਕੋਆਪਰੇਟ ਦੀ ਸਪੈਲਿੰਗ ਅਗੇਨ ਚੈੱਕ ਕਰੋਗੇ, COO ਹੁੰਦਾ, ਸਿੰਗਲ O ਨਹੀਂ ਹੁੰਦਾ, ਪਰ 8 the corporate the spelling is COOPERATE। ਤਾਂ ਅਗੇਨ ਤੁਹਾਡੇ ਕੋਲ ਚੈੱਕ ਕਰਨਾ ਸੀ ਤੁਸੀਂ ਕਰੈਕਟਲੀ ਸਪੈਲਡ ਵਰਡ, ਬਾਕੀ ਸਾਰੇ ਤੁਹਾਡੇ ਕੋਲ ਰੋਂਗ ਨੇ, ਸਿਰਫ ਬੀ ਆਪਸ਼ਨ ਹੈ ਜਿਹੜਾ ਤੁਹਾਡਾ ਸਹੀ ਸਪੈਲਿੰਗ ਕਰਨਾ ਹੈ। ਸੋ ਤੁਸੀਂ ਮਾਰਕ ਕਰੋਗੇ ਬੀ ਆਪਸ਼ਨ ਨੂੰ, ਬੀ ਤੁਹਾਡਾ ਆਨਸਰ ਹੋਏਗਾ। ਤਾਂ ਇਹਦੇ ਨਾਲ ਹੀ ਆਪਾਂ ਜਿਹੜਾ ਸਪੈਲਿੰਗ ਐਰਰਸ ਦਾ ਪੋਰਸ਼ਨ ਨੂੰ ਕੰਪਲੀਟ ਕੀਤਾ ਹੈ। ਅੱਗੇ ਤੁਹਾਡੇ ਕੋਲ ਇੱਕ ਹੋਮਵਰਕ ਕੁਐਸਚਨ ਜੋ ਤੁਸੀਂ ਸੋਲਵ ਕਰੋਗੇ, ਕਿਉਂਕਿ ਆਪਾਂ ਡਿਸਕਸ ਕਰ ਚੁੱਕੇ ਹਾਂ ਵਨ ਵਰਡ ਸਬਸਟੀਟਿਊਸ਼ਨ। ਅੱਜ ਦੀ ਕਲਾਸ ਦੇ ਵਿੱਚ ਹੀ ਆਪਾਂ ਡਿਸਕਸ ਕੀਤਾ ਹੈ। ਸਭ ਤੋਂ ਪਹਿਲਾਂ ਕੁਐਸਚਨ ਫਾਈਂਡ ਆਊਟ ਕੁਐਸਚਨ ਹੈ ਜਿਹੜਾ ਆਪਾਂ ਇੱਕ ਵਾਰ ਰੀਡ ਕਰ ਲੈਣੇ ਆ। ਕੁਐਸਚਨ ਤੁਹਾਡੇ ਕੋਲ ਇਹ ਹੈਗਾ ਤੁਹਾਡਾ ਹੋਮਵਰਕ। ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਸਿਲੈਕਟ ਦਾ ਆਪਸ਼ਨ that can be used as a one word substitute for the given group of words। ਤਾਂ ਤੁਹਾਡੇ ਕੋਲ ਕੁਝ ਗਰੁੱਪ ਆਫ ਵਰਡਸ ਦਿੱਤੇ ਹੋਏ ਆ ਬਲੂ ਕਲਰ ਦੇ ਵਿੱਚ, ਤੁਹਾਨੂੰ ਦੇਖ ਰਹੇ ਹੋਣਗੇ। ਤੇ ਤੁਸੀਂ ਇਹ ਜਿਹੜਾ ਉਹਨਾਂ ਵਾਸਤੇ ਵਨ ਵਰਡ ਹੈ ਉਹ ਸਬਸਟੀਟਿਊਟ ਕਰਨਾ ਹੈ, ਵਨ ਵਰਡ ਹੈ ਜਿਹੜਾ ਤੁਸੀਂ ਦੱਸਣਾ ਹੈ। ਤਾਂ ਕੀ ਵਰਡ ਆਪਣੇ ਕੋਲੇ ਯੂਜ਼ ਕੀਤੇ ਆ, ਗਰੁੱਪ ਆਫ ਵਰਡਸ ਆਪਾਂ ਰੀਡ ਕਰ ਰਹੇ ਹਾਂ, ਦੈਟ ਇਜ਼ ਗਰੁੱਪ ਆਫ ਵਰਸ਼ਿਪਰਸ। ਤਾਂ ਹੁਣ ਗਰੁੱਪ ਆਫ ਵਰਸ਼ਿਪਰਸ ਨੂੰ ਕੀ ਕਿਹਾ ਜਾਂਦਾ ਹੈ, ਫੋਸੇ, ਕਾਰਾਵਾਨ, ਕੌਂਸਟੈਲੇਸ਼ਨ ਔਰ ਕਾਂਗਰੀਗੇਸ਼ਨ। ਆਨਸਰ ਹੈ ਜਿਹੜਾ ਤੁਸੀਂ ਮਾਰਕ ਕਰੋਗੇ ਆਪਣੇ ਕੋਲੇ ਕਮੈਂਟ ਬਾਕਸ ਦੇ ਵਿੱਚ, ਤੁਸੀਂ ਇਹਦਾ ਆਨਸਰ ਹੈ ਜਿਹੜਾ ਕੁਐਸਚਨ ਦਾ ਉਹ ਦੇ ਸਕਦੇ ਹੋ। ਤਾਂ ਇਹ ਹੈ ਤੁਹਾਡਾ ਹੋਮਵਰਕ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ। ਆਪਾਂ ਜਿਹੜੇ ਪੋਰਸ਼ਨ ਡਿਸਕਸ ਕੀਤੇ ਹੈ, ਵਨ ਵਰਡ ਸਬਸਟੀਟਿਊਸ਼ਨ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤੇ, ਦੈਨ ਆਪਾਂ ਇਡੀਅਮ ਫਰੇਜ਼ਲ ਡਿਸਕਸ ਕੀਤੇ, ਐਂਡ ਦ ਨੈਕਸਟ ਟਾਪਿਕ ਜੋ ਆਪਾਂ ਡਿਸਕਸ ਕੀਤਾ ਸਿਨੋਨਿਮ ਐਂਟੋਨਿਮ ਦਾ, ਐਂਡ ਦ ਲਾਸਟ ਆਪਾਂ ਸਪੈਲਿੰਗ ਐਰਰਸ ਆ ਜਿਹੜੇ ਆਪਣੇ ਕੋਲੇ ਡਿਸਕਸ ਕੀਤੇ ਆ। ਇਹ ਕੁਐਸਚਨ ਤੁਹਾਨੂੰ ਆਪਣੇ ਕੋਲੇ ਹੋਮਵਰਕ ਦੇ ਲਈ ਦਿੱਤਾ ਜਾ ਰਿਹਾ, ਜੋ ਤੁਸੀਂ ਸੋਲਵ ਕਰਨਾ ਹੈ। ਆਨਸਰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਤੇ ਆਪਣੇ ਜਿਹੜੇ ਹੈਗੇ ਵਰਡਸ ਤੁਸੀਂ ਆਪਣੇ ਰੈਗੂਲਰ ਹੈ ਜਿਹੜਾ ਉਹ ਯਾਦ ਕਰਦੇ ਰਹਿਣਾ, ਸੋ ਦੈਟ ਤੁਹਾਡੇ ਕੋਲੇ ਵੋਕੈਬ ਦਾ ਪੋਰਸ਼ਨ ਤੁਸੀਂ ਆਪਣਾ ਸਟਰੋਂਗ ਕਰ ਸਕੋ। ਕੱਲ ਹਰ ਇੱਕ ਪੇਪਰ ਦੇ ਵਿੱਚ ਤੁਹਾਡੇ ਕੋਲੇ ਇੰਗਲਿਸ਼ ਵੋਕੈਬ ਦੇ ਕੁਐਸਚਨ ਜਿਹੜੇ ਉਹ ਪੁੱਛੇ ਜਾਂਦੇ ਆ। ਤਾਂ ਟਰਾਈ ਕਰਿਓ, ਜਿੰਨੇ ਕੁ ਵਰਡ ਆਪਣੇ ਹੋਏ ਆ ਉਹਨਾਂ ਨੂੰ ਰਿਵਾਈਜ਼ ਜ਼ਰੂਰ ਕਰਿਓ। ਜ਼ਿਆਦਾ ਟਾਈਮ ਨਹੀਂ ਲੱਗਦਾ ਤੁਹਾਡੇ ਕੋਲੇ, ਜੇ ਤੁਸੀਂ ਵਰਡ ਨੂੰ ਰੋਜ਼ ਰਿਵਾਈਜ਼ ਕਰੋਗੇ ਤਾਂ 5-10 ਮਿੰਟ ਦੇ ਵਿੱਚ ਤੁਹਾਡੇ ਪੂਰੇ ਦੇ ਪੂਰੇ ਅਰਾਊਂਡ ਤੁਸੀਂ 20 ਤੋਂ 30 ਵਰਡ ਜਿਹੜੇ ਇੱਕ ਦਿਨ ਦੇ ਵਿੱਚ ਯਾਦ ਕਰ ਸਕਦੇ ਹੋ, ਜੇ ਤੁਸੀਂ ਟਰਾਈ ਕਰੋ। ਸੋ ਕੁਝ ਵੀ ਔਖਾ ਨਹੀਂ ਹੈ, ਜਸਟ ਟਰਾਈ ਕਰਨਾ। ਜੇ ਇੰਨਾ ਕੁ ਤਾਂ ਆਪਾਂ ਕਰ ਹੀ ਸਕਦੇ, ਜਦੋਂ ਆਪਾਂ ਕਿਸੇ ਜੌਬ ਦੀ ਤਿਆਰੀ ਕਰ ਰਹੇ ਹਾਂ ਤਾਂ ਉਹਦੇ ਵਾਸਤੇ ਤੁਹਾਨੂੰ ਕੁਛ ਨਾ ਕੁਛ ਟਾਈਮ ਤਾਂ ਦੇਣਾ ਹੀ ਪੈਂਦਾ। ਸੋ ਟਾਈਮ ਦਿਆ ਕਰੋ, ਤੁਹਾਡਾ ਆਪਣਾ ਜਿਹੜਾ ਹੈ ਵੋਕੈਬ ਪੋਰਸ਼ਨ ਹੈ ਉਹ ਸਟਰੋਂਗ ਹੋ ਜਾਏਗਾ। ਸੋ ਇਹਦੇ ਨਾਲ ਹੀ ਆਪਾਂ ਕਰਦੇ ਹਾਂ ਨੈਕਸਟ ਸੈਸ਼ਨ, ਆਪਣੇ ਨੈਕਸਟ ਸੈਸ਼ਨ ਦੇ ਵਿੱਚ ਮਿਲਾਂਗੇ। ਇਸ ਸੈਸ਼ਨ ਨੂੰ ਅੱਗੇ ਆਪਾਂ ਖਤਮ ਕਰਨ, ਐਂਡ ਕਰਨ। ਸੋ ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ।